वाहिगुरु जी का खालसा वाहिगुरु जी की फतेह। सतगुरां दी सुभागड़ी गोद विच प्रेम श्रद्धा दे नाल जुड़ बैठे सत्संगी जनों, हर रोज की तरह अज भी सबब बने हैं गुरु चरना का निग मानण का। आओ इस समय को सफला बढ़ाइए। चल रही पावन अमृतमयी कथा विचों आप जी ने श्रवण किया। भगत प्रहलाद जी गुरु नानक पातशाह जी को अपने जीवन की कथा सुना रहे हैं कि वे उन्होंने पिता हिरण्यकशिप ने ब्रह्मा जी के पासों 12 दे 12 वर ले लए, जिन्हां वरां दे विच स्वर्गां ते राज है। राज संघासन ते बैठा है, स्वर्ग का मालिक बन बैठा हिरण्यकशिप। देवी देवतियां नूं तसीहे दिंदा है, अपछरावां नाल भोग विलास करदा है। धरती ते हाहाकार, पताल लोक दे लोक दुखी, स्वर्गां दे देवी देवते परेशान। पर हुण कीता भी कुछ नहीं जा सकता, क्योंकि वर भी ब्रह्मा जी ने आप दिते ने। बड़े विस्तार सहित आप जी ने एक एक बारी की इन्हां प्रसंगां दी सरवण कीती। आओ कुछ समा मन चित वृत्तियां नूं एकाग्र चित बनाइए। पाओ सांझ प्यार दी, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। अस प्रकार सुख सुरग पर भोगत रहता ही मंजरा। भगत प्रहलाद जी ये पावन कथा सुना रहे ने। भाई बाला जी, मरदाना जी, गुरु नानक साहब जी आखन लगे गरीब नवाज, जदों मेरे पिता हिरण्यकशिप ने पताल लोक, मात लोक ते स्वर्ग लोक ते राज कर लिया। हुण स्वर्गां दे सुखां दीयां मौजां ऐसियां लगियां, धरती ते आउण नूं चेती नहीं करदा। राजा इंद्र जो 33 करोड़ देवी देवतियां दा मालिक है, उहनूं फड़ के कैद विच सुट लिया। देवते ते देवियां पानी भरदियां ने। जिस राज भाग विच राजे इंद्र दे गीत गाए जाते सी, अज ओहदे गंधर्व हिरण्यकशिप नूं रब कहंदे ने। अपनी महिमा सुणदा है, नृत हुंदा है, अपछरावां नाच करदियां ने। कहंदे कई युग कई साल स्वर्गां विच रह के मेरे पिता ने ते राक्षसां ने स्वर्ग नूं भी नरकी बना छड्डिया। इत्थों दे देवी देवते दुखी ने। धरती ते लुक लुक के शिव शिव के शिव वर्गे भगत भी टाइम पास करते हैं। जदों ऐसी हालत बन गई ना, शिव जी नूं भजना पै गया। अपना चौंकड़ा छड्ड के कैलाश पर्वत ते आण बैठा।
ਬੇਪਰਵਾਹੀ ਛੱਡ ਕੇ, ਪਤਾ ਸੀ ਸਵਰਗਾਂ ਦੇ ਵਿੱਚ ਹਾਹਾਕਾਰ ਮੱਚੀ ਹੈ, ਇੱਕ ਦਾਨਵ ਦਾ ਇੱਕ ਰਾਖਸ਼ ਦਾ ਰਾਜ ਹੈ, ਕਿਉਂਕਿ ਦੇਵਤੇ ਕਦੇ ਵੀ ਪਸੰਦ ਨਹੀਂ ਕਰਦੇ ਰਾਖਸ਼ ਉਹਨਾਂ ਦੇ ਰਾਜ ਕਰਨ, ਦੁਸ਼ਮਣ ਨੇ, ਐਂਟੀ ਗਰੁੱਪ ਹੈ। ਪਰ ਰਾਖਸ਼ਾਂ ਦਾ ਰਾਜਾ ਹਿਰਣਕਸ਼ਪ ਮਾਤ ਲੋਕ ਤੇ ਰਾਜ ਕਰਦਾ ਕਰਦਾ ਸਵਰਗਾਂ ਤੱਕ ਆਪਣੀ ਪਹੁੰਚ ਇੰਨੀ ਲੈ ਗਿਆ ਵੀ ਵਿਸ਼ਨੂੰ ਦੇ ਸਾਹਮਣੇ ਨਹੀਂ ਆ ਸਕਦਾ, ਉਹਦੀ ਪ੍ਰਤੱਗਿਆ ਹੈ ਵਿਸ਼ਨੂੰ ਨੇ ਮੇਰੇ ਭਰਾ ਨੂੰ ਮਾਰਿਆ ਬਰਾਹ ਦਾ ਰੂਪ ਧਾਰਨ ਕਰਕੇ, ਸੂਰ ਦਾ, ਤੇ ਮੈਂ ਬਦਲਾ ਹੀ ਵਿਸ਼ਨੂੰ ਤੋਂ ਲੈਣਾ। ਸ਼ਿਵ ਜੀ ਆ ਕੇ ਕੈਲਾਸ਼ ਪਰਬਤ ਤੇ ਛੁਪ ਕੇ ਚੌਂਕੜਾ ਲਾ ਕੇ ਬਹਿ ਗਏ, ਬਚੇ ਬ੍ਰਹਮਾ। ਬ੍ਰਹਮਾ ਵਿਚਾਰਾ ਕੀ ਕਰੇ, ਉਹਨੇ ਤੇ ਆਪ ਪੈਰ ਕੁਹਾੜਾ ਮਾਰਿਆ, ਆਪ ਹੀ ਵਰ ਦਿੱਤੇ ਨੇ, ਆਪਣੇ ਦਿੱਤੇ ਹੋਏ ਵਰਾਂ ਨੂੰ ਵਾਪਸ ਲੈ ਨਹੀਂ ਸਕਦੇ। ਹੀਤ ਲੋਕ ਪਤ ਸਗਰੇ ਤਬਹੀ, ਬੈਸਿਆ ਸਿੰਘਾਸਨ ਪਰ ਤਬਹੀ। ਹੁਣ ਇੱਥੇ ਰਾਜ ਭਾਗ ਏਡਾ ਵੱਡਾ ਕਰ ਲਿਆ, 10 ਦਿਸ਼ਾਵਾਂ, 10 ਦਿਸ਼ਾਵਾਂ ਦੇ ਜਿਹੜੇ ਲੋਕਪਾਲ ਸਨ। ਲੋਕਪਾਲ ਕਿਹਨੂੰ ਕਹਿੰਦੇ ਆ? ਇੱਕ ਦਿਸ਼ਾ ਦੀ ਜ਼ਿੰਮੇਵਾਰੀ ਜਿਹਨੂੰ ਦਿੱਤੀ ਹੈ ਨਾ, ਉਹਨੂੰ ਕਹਿੰਦੇ ਲੋਕਪਾਲ। ਸਨਾਤਨ ਮਤ ਵਿੱਚ, ਵੇਦਾਂ ਦੇ ਵਿੱਚ ਉਹ ਸਾਰੇ ਕਾਬੂ ਕਰ ਲਏ, ਪਾਣੀ ਭਰਦੇ ਆ। ਹੁਣ ਹਰਨਾਕਸ਼ ਦਾ ਰਾਜ ਹਿਰਣਕਸ਼ਪ ਦਾ ਏਡਾ ਵੱਡਾ ਹੋ ਗਿਆ, ਉਹਨੂੰ ਪਤਾ ਮੈਨੂੰ ਮਾਰ ਹੀ ਨਹੀਂ ਸਕਦਾ ਕੋਈ, ਨਾ ਮੈਨੂੰ ਦੇਵਤਾ ਮਾਰੇ, ਨਾ ਮਨੁੱਖ ਮਾਰੇ, ਨਾ ਕੋਈ ਰਾਖਸ਼ ਮਾਰੇ, ਨਾ ਮੈਨੂੰ ਮਾਰਨ ਵਾਲਾ ਕੋਈ ਹਥਿਆਰ ਬਣਿਆ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਤੇ ਨਾ ਮੈਨੂੰ ਬ੍ਰਹਮਾ ਜੀ ਦੀ ਸ੍ਰਿਸ਼ਟੀ ਵਿੱਚ ਕੋਈ ਮਾਰਨ ਵਾਲਾ ਜੰਮਿਆ। ਨਾ ਧੁੱਪੇ ਮਰਾਂ, ਨਾ ਛਾਵੇਂ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਗੁਫਾ ਚ ਮਾਰੇ, ਨਾ ਕੋਈ ਆਕਾਸ਼ ਵਿੱਚ ਮਾਰੇ, ਨਾ ਕੋਈ ਪਾਣੀ ਵਿੱਚ ਮਾਰੇ, ਨਾ ਪੱਥਰ ਮਾਰੇ, ਨਾ ਜ਼ਹਿਰੀਲਾ ਸੱਪ ਮਾਰੇ, ਤੇ ਨਾ ਕੋਈ ਜੰਗਲੀ ਜੀਵ ਮਾਰੇ, ਤੇ ਨਾ ਕੋਈ ਹਥਿਆਰ ਮਾਰੇ। ਇੰਨੇ ਵਰ ਲੈ ਲਏ ਤੇ ਬ੍ਰਹਮਾ ਜੀ ਨੇ ਮਜਬੂਰੀ ਵਸ ਵਰ ਦੇ ਦਿੱਤੇ ਵੀ ਚਲੋ ਵਿਸ਼ਨੂੰ ਦੇ ਗਲੋਂ ਲੱਥ ਜੂ। ਜਿਸ ਬੰਦੇ ਨੂੰ ਪਤਾ ਹੈ ਵੀ ਦੁਨੀਆ ਤੇ ਮਾਰਨ ਵਾਲਾ ਮੈਨੂੰ ਰਿਹਾ ਹੀ ਕੋਈ ਨਹੀਂ, ਮੌਤ ਕੋਲ ਕੋਈ ਸੋਰਸ ਨਹੀਂ, ਮੌਤ ਕੋਲ ਕੋਈ ਬਹਾਨਾ ਨਹੀਂ ਜੋ ਹਿਰਣਕਸ਼ਪ ਨੂੰ ਲੈ ਜਾਏ, ਤੇ ਉਸ ਬੰਦੇ ਦਾ ਹੰਕਾਰ ਕਿੰਨਾ ਹੋਏਗਾ ਜੀ। ਆ ਦੁਨਿਆਵੀ ਤੌਰ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ, ਸਭਨਾ ਮਰਨਾ ਆਇਆ ਵਿਛੋੜੇ ਸਭਨਾ, ਹਰ ਕੋਈ ਜਾਣਦਾ ਮਰ ਜਾਣਾ, ਪਰ ਜਾਣਨ ਵਾਲਾ ਵੀ, ਲੋਕਾਂ ਦੇ ਭੋਗਾਂ ਤੇ ਘੁੰਮਣ ਵਾਲਾ ਵੀ ਕਿਤੇ ਨਾ ਕਿਤੇ ਹੰਕਾਰ ਕਰਦਾ, ਮੇਰੀ ਜ਼ਿੰਦਗੀ, ਮੇਰਾ ਪੈਸਾ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ। ਦੂਜੇ ਨੂੰ ਨੀਚਾ ਵਿਖਾਉਂਦਾ, ਹੰਕਾਰ ਕਰਦਾ। ਪਰ ਸੱਚਮੁੱਚ ਉਸ ਵਿਅਕਤੀ ਦਾ ਹੰਕਾਰ ਕਿੱਡਾ ਵੱਡਾ ਹੋਏਗਾ ਜਿਹਨੂੰ ਮਾਰਨ ਵਾਲੇ ਹੈ ਹੀ ਨਹੀਂ ਕੋਈ। ਤੇ ਬ੍ਰਹਮਾ ਜੀ ਚੁੱਪ ਚਪੀਤੇ ਬੈਠ ਕੇ ਤਮਾਸ਼ਾ ਵੇਖਦੇ ਨੇ, ਕਹਿੰਦੇ ਕਰੀਏ ਕੀ, ਪੈਰ ਕੁਹਾੜਾ ਅਸੀਂ ਆਪਣੇ ਆਪ ਮਾਰਿਆ ਏ। ਲੋਕ ਪਾਲ ਲੈ ਸਕਲੋ ਪਾਇਨ, ਤਤ ਛਿਨ ਪੂਜਤ ਭੇਤੇ ਪਾਇਨ। 10 ਦਿਸ਼ਾਵਾਂ ਦੇ ਜਿਹੜੇ ਲੋਕਪਾਲ ਸਨ, ਹਾਥੀ ਸਨ, ਕਹਿੰਦੇ ਉਹ ਪਿਟਾਵਾਂ ਲੈ ਕੇ ਪੇਸ਼ ਹੋ ਗਏ, ਕਹਿੰਦੇ ਸਾਡਾ ਤੇ ਮਾਈ ਬਾਪ, ਸਾਡਾ ਤੇ ਰਾਜਾ ਤੂੰ ਹੈ। ਬੜੇ ਲੋਕ ਏਦਾਂ ਦੇ ਹੁੰਦੇ ਆ, ਜਿੱਧਰ ਸਰਕਾਰ ਹੋਵੇ ਉਸੇ ਪਲੜੇ ਛਾਲ ਮਾਰ ਜਾਂਦੇ ਨੇ ਵੀ ਉਹੀ ਸਾਡੇ, ਉਸੇ ਪਾਰਟੀ ਚੱਲੋ। ਜਦੋਂ ਵੇਖਿਆ ਵੀ ਰਾਖਸ਼ਾਂ ਦੇ ਰਾਜੇ ਦਾ ਰਾਜ ਵੱਡਾ, ਇਹ ਰਾਜੇ ਇੰਦਰ ਵਰਗੇ ਗੁਲਾਮ ਹੋ ਗਏ, ਨਾ ਕਿਤੇ ਦੁਰਗਾ ਦੇਵੀ ਲੱਭਦੀ ਤੇ ਨਾ ਕਿਤੇ ਕਾਲੀ ਲੱਭਦੀ, ਕਰਨ ਕੀ, ਮਾਰ ਹੀ ਨਹੀਂ ਸਕਦੇ। ਵਰ ਲਿਆ ਹੋਇਆ ਕੋਈ ਦੇਵਤਾ ਨਾ ਮਾਰੇ, ਰਾਖਸ਼ ਨਾ ਮਾਰੇ, ਕਰੇ ਕੋਈ ਕੀ। ਕਹਿੰਦੇ ਰਾਖਸ਼ਾਂ ਤੋਂ ਡਰਦੇ ਦੇਵਤੇ ਪਹਾੜਾਂ ਵਿੱਚ ਲੁਕ ਲੁਕ ਕੇ ਰੱਬ ਦੀ ਆਰਾਧਨਾ ਕਰਦੇ, ਕਹਿੰਦੇ ਰੱਬਾ ਨਾ ਹੁਣ ਵਿਸ਼ਨੂੰ ਬਚਾ ਸਕਦਾ, ਨਾ ਬਚਾਏ ਬ੍ਰਹਮਾ ਤੇ ਨਾ ਬਚਾਏ ਸ਼ਿਵ ਜੀ, ਇਹ ਵਿਚਾਰੇ ਕੀ ਕਰ ਸਕਦੇ ਆ ਜਦੋਂ ਇਹਨਾਂ ਦਾ ਰਾਜਾ ਹੀ ਬਣ ਲਿਆ। 33 ਕਰੋੜ ਦੇਵੀ ਦੇਵਤਿਆਂ ਦਾ ਮਾਲਕ ਤੇ ਉਹਨਾਂ ਦਾ ਰਾਜਾ ਇੰਦਰ ਹੈ, ਜਿਹਦੇ ਹੁਕਮ ਦੇ ਅਧੀਨ ਸਾਰੇ ਦੇਵਤੇ ਚੱਲਦੇ ਆ, ਉਹ ਹੀ ਕਾਬੂ ਕਰ ਲਿਆ ਏ। ਬ੍ਰਹਮਾ ਵਿਸ਼ਨ ਬਹੀਨ ਗਰੀਸ਼ਾ, ਔਰ ਲੋਕ ਪਤ ਨਾਵਹਿ ਸੀਸਾ। ਹੁੰਦਾ ਕੀ ਹੈ, ਬ੍ਰਹਮਾ ਦੀ ਮੱਥਾ ਟੇਕਦੇ ਫਿਰਦੇ ਆ, ਆਪੇ ਥਾਪਿਆ ਤੇ ਆਪੇ ਹੀ ਨਮਸਕਾਰ ਕਰਨੀ ਪੈ ਗਈ। ਥਾਪਿਆ ਹੋਇਆ ਨਾ ਬ੍ਰਹਮਾ ਤੇ ਰੱਬ ਕਿਸੇ ਦਾ ਥਾਪਿਆ ਨਹੀਂ। ਇਸੇ ਕਰਕੇ ਸਾਹਿਬਾਨ ਨੇ ਬਾਣੀ ਵਿੱਚ ਲਿਖਿਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ
ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਆਪਣੇ ਆਪ ਤੋਂ ਹੀ ਹੈ, ਉਹ ਕਿਸੇ ਦਾ ਥਾਪਿਆ ਨਹੀਂ ਹੋਇਆ, ਕਿਸੇ ਦਾ ਬਣਾਇਆ ਨਹੀਂ, ਸਾਜਿਆ ਨਹੀਂ। ਬ੍ਰਹਮਾ ਜੀ ਨੇ ਹਿਰਣਕਸ਼ਪ ਨੂੰ ਆਪਣਾ ਪੁੱਤਰ ਬਣਾਇਆ, ਰਾਖਸ਼ ਨੂੰ, ਵੀ ਚਲੋ ਪੁੱਤ ਬਣ ਕੇ ਕਹਿਣੇ ਮੰਨੂ। ਤੇ ਉਹ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ, ਮੈਂ ਸਮਝਾ ਨਹੀਂ ਸਕਦਾ, ਬੜਾ ਔਖਾ ਹੈ ਦੂਜੇ ਨੂੰ ਸਮਝਾਉਣਾ, ਪਰ ਆਪਣੀ ਔਲਾਦ ਨੂੰ ਸਮਝਾਉਣਾ ਕੰਧਾਂ ਨਾਲ ਸਿਰ ਮਾਰਨ ਵਾਲਾ ਕੰਮ ਹੈ। ਬ੍ਰਹਮਾ ਜੀ ਬੇਵੱਸ ਹਨ। ਦੇਵਤੇ ਵਿਸ਼ਨੂੰ ਕੋਲ ਆ ਗਏ, ਕਹਿੰਦੇ ਭਗਵਾਨ ਜੀ ਤੁਸੀਂ। ਉਹ ਕਹਿੰਦੇ ਯਾਰ ਮੈਂ ਤੇ ਆਪ ਆਪਣੀ ਜਾਨ ਬਚਾਉਂਦਾ ਫਿਰਦਾ, ਉਤੇ ਪ੍ਰਣ ਕਰੀ ਫਿਰਦਾ, ਮੈਂ ਵਿਸ਼ਨੂੰ ਨਹੀਂ ਛੱਡਣਾ। ਮੇਰੇ ਤੋਂ ਦਾ ਭਰਾ ਮਾਰਿਆ ਗਿਆ, ਉਹਨੇ ਤਪ ਹੀ ਏਡਾ ਵੱਡਾ ਕਠੋਰ ਕੀਤਾ ਏ, ਕਰੋੜਾਂ ਸਾਲਾਂ ਦਾ ਤਪ ਸੀ, ਇੱਕ ਪੈਰ ਦੇ ਅੰਗੂਠੇ ਤੇ ਖੜ ਕੇ ਹਿਰਣਕਸ਼ਪ ਦਾ। ਦੇਵਤੇ ਡਰ ਕੇ ਡੋਲ ਗਏ ਵੀ ਰਾਖਸ਼ ਨੇ ਤਪ ਕਰ ਲਿਆ। ਵਿਸ਼ਨੂੰ ਕਹਿੰਦਾ ਮੈਂ ਨਹੀਂ ਕੁਝ ਕਰ ਸਕਦਾ। ਚੱਲ ਕੇ ਆ ਕੇ ਸ਼ਿਵ ਕੋਲੇ। ਸ਼ਿਵ ਜੀ ਕਹਿੰਦੇ ਬਈ ਗੱਲ ਸੁਣੋ, ਆਪਣਾ ਨਾ ਕੋਈ ਦੁਸ਼ਮਣ ਆ, ਨਾ ਕੋਈ ਆਪਣਾ ਮਿੱਤਰ ਹੈ, ਆਪਾਂ ਤੇ ਲੜਾਈ ਝਗੜੇ ਪਹਿਲੇ ਦਿਨੋਂ ਹੀ ਛੱਡੇ ਆ। ਖੁਦ ਸਾਡਾ ਨਾਮ ਆਪਾਂ ਕੀ ਲੈਣਾ, ਆਕਤ ਧੂਰਾ ਨੇ ਮਹਾ ਧੂਰਾ ਪੀਤਾ, ਆਪਣੀ ਮੌਜ ਵਿੱਚ ਸ਼ਿਵ ਬੈਠੇ ਆ, ਬੇਪਰਵਾਹ ਬੈਠੇ ਆ। ਹੁਣ ਦੇਵੀ ਦੇਵਤੇ ਸੋਚਦੇ ਆ ਵੀ ਬ੍ਰਹਮਾ ਜੀ ਪੱਲਾ ਨਹੀਂ ਫੜਦੇ। ਵਿਸ਼ਨੂੰ ਜੀ ਕਹਿੰਦੇ ਮੈਨੂੰ ਮੇਰੀ ਜਾਨ ਨੂੰ ਖਤਰਾ, ਉਹਦੇ ਮੇਰੇ ਮਗਰ ਪਿਆ ਹੋਇਆ, ਤੇ ਸ਼ਿਵ ਨੇੜੇ ਨਹੀਂ ਆਉਂਦੇ। ਤਿੰਨਾਂ ਤੋਂ ਬਗੈਰ ਕਿਹਦੇ ਕੋਲੇ ਅਰਦਾਸ ਕਰੀਏ। ਉਗਰ ਰਾਜ ਕੇ ਫਿਰਤਨ ਦੇਸ਼ੋ, ਕੰਪਤ ਸ਼ੰਕਰ ਦਨੇਸ਼ ਨਸੇਸੋ। ਕਹਿੰਦੇ ਐਸੇ ਹਾਲਾਤ ਬਣਾ ਦਿੱਤੇ ਜਿਵੇਂ ਉਹਨੇ ਤਪ ਕੀਤਾ ਨਾ ਕਠਨ, ਰਾਜ ਵੀ ਕਠਨ ਕਰ, ਸਟ੍ਰਿਕਨੈਸ ਇੰਨੀਆਂ ਕਰਤੀਆਂ ਵੀ ਜੇ ਬੰਦਾ ਆਖੇ ਵੀ ਮੈਂ ਮਰਨਾ, ਉਹ ਮਰ ਵੀ ਨਹੀਂ ਸਕਦਾ। ਜੇ ਕਹੇ ਮੈਂ ਜਿਉਣਾ, ਜਿਉ ਵੀ ਨਹੀਂ ਸਕਦਾ। ਬੜੇ ਲੋਕ ਸਾਡੇ ਇਦਾਂ ਦੇ ਆ ਜੀ, ਪਰਿਵਾਰ 'ਚ ਵੀ ਰਹਿੰਦੇ ਆ, ਸੰਸਾਰ 'ਚ ਵੀ ਰਹਿੰਦੇ ਆ, ਮਰਨ ਨੂੰ ਵੀ ਜੀ ਕਰਦਾ ਹੈ, ਜਿਉਣਾ ਵੀ ਨਹੀਂ ਚਾਹੁੰਦੇ ਤੇ ਜੀ ਵੀ ਰਹੇ ਆ, ਖਿੱਚੋ ਖਿੱਚੀ ਦੀ ਜ਼ਿੰਦਗੀ। ਬ੍ਰਹਮਾ ਜੀ, ਵਿਸ਼ਨੂੰ ਜੀ ਤੇ ਸ਼ਿਵ ਜੀ ਇਕੱਠੇ ਨਹੀਂ ਹੁੰਦੇ ਆਪਸ ਵਿੱਚ। ਕਹਿੰਦੇ ਔਖਾ ਕੰਮ ਹੈ, ਐਡਾ ਉਗਰ ਤਪ ਹੋ ਗਿਆ। ਦੇਵਤਿਆਂ ਤੇ ਬੰਦਸ਼ਾਂ ਲਾਤੀਆਂ ਵੀ ਕੋਈ ਦੇਵੀ ਦੇਵਤਾ ਭਗਤੀ ਨਹੀਂ ਕਰ ਸਕਦਾ, ਆਰਾਧਨਾ ਨਹੀਂ ਕਰ ਸਕਦਾ। ਇੱਥੋਂ ਤੱਕ ਸੂਰਜ ਦਾ ਅਧਿਆਕਸ਼ ਦੇਵਤਾ ਜਿਹਨੂੰ ਸੂਰਿਆ ਦੇਵਤਾ ਕਹਿੰਦੇ, ਉਹ ਵੀ ਹੱਥ ਖੜੇ ਕਰ ਗਿਆ। ਫਿਰ ਪਾਣੀ ਦੇਵਤੇ ਕੋਲ ਆ ਗਏ, ਕਹਿੰਦੇ ਤੂੰ ਹੀ ਕੁਝ ਕਰ ਲਾ। ਉਹ ਕਹਿੰਦਾ ਮੈਂ ਕੀ ਕਰਾਂ, ਮੈਂ ਤੇ ਆਪ ਇਹਦੇ ਰਾਜ ਭਾਗ ਚੋਂ ਮਾਲਕ ਕੋਈ ਕਹਿੰਦਾ। ਹੁਣ ਜਿਹੜਾ ਪ੍ਰਧਾਨ ਮੰਤਰੀ ਬਣ ਜੇ, ਰਾਸ਼ਟਰਪਤੀ ਬਣ ਜੇ, ਦੱਸੋ ਜੀ ਕਿਹੜਾ ਡਿਪਾਰਟਮੈਂਟ ਉਹ ਤੋਂ ਬਾਹਰ ਆ ਤੇ ਕਿਹੜੀ ਸਟੇਟ ਬਾਹਰ ਹੈ। ਸਭ ਕੁਝ ਉਸੇ ਦੇ ਅਧੀਨ ਹੁੰਦਾ, ਮਾਲਕ ਹੁੰਦਾ। ਹੁਣ ਤਿੰਨੇ ਲੋਕਾਂ ਤੇ ਰਾਜ ਕਰਨ ਵਾਲਾ ਤੇ ਤਿੰਨੇ ਲੋਕਾਂ ਦੇ ਸਾਂਝੇ ਦੇਵਤੇ, ਕੁਛ ਨਹੀਂ ਹੱਥ ਖੜੇ। ਬ੍ਰਹਮਾ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ। ਜਲ ਦੇਵਤਾ ਕਹਿੰਦਾ ਜੀ ਮੇਰੇ ਕੋਲ ਤੇ ਪਾਵਰ ਹੀ ਕੋਈ ਨਹੀਂ, ਮੈਂ ਕੀ ਕਰਾਂ, ਕੁਛ ਨਹੀਂ ਕਰ ਸਕਦਾ। ਸੂਰਜ ਨੂੰ ਆਖਿਆ ਤੂੰ ਇਹਨੂੰ ਸਾੜ ਦੇ, ਉਹ ਕਹਿੰਦਾ ਮੈਂ ਇਹਨੂੰ ਨਹੀਂ ਸਾੜ ਸਕਦਾ। ਇਹਦਾ ਤਪ, ਇਹਦੀ ਭਗਤੀ ਸਾਡੇ ਤੋਂ ਕਿਤੇ ਜ਼ਿਆਦਾ ਏ। ਇੱਕ ਵਾਰ ਜੋ ਬੋਵਹਿ ਖਿਤੇ, ਲੁਨ ਹੈ ਅਨਕ ਵੇਰ ਹੈ ਪੁਨ ਤੇਤੇ। ਆਖਰਕਾਰ ਰਾਜਾ ਇੰਦਰ ਕਿਸੇ ਨਾ ਕਿਸੇ ਤਰੀਕੇ ਦੁਆਰਾ ਕੈਦ ਵਿੱਚੋਂ ਨਿਕਲਿਆ, ਦੇਵਤਿਆਂ ਨੂੰ ਆ ਕੇ ਮਿਲਿਆ। ਕਹਿੰਦੇ ਕਰੋ ਕੁਝ, ਕਹਿੰਦੇ ਕੁਝ ਨਹੀਂ ਹੋਣਾ। ਅੱਗੋਂ ਜਵਾਬ ਪਤਾ ਕੀ ਹੈ? ਸੂਰਜ ਦੇਵਤਾ ਕੀ ਕਹਿੰਦਾ? ਕਹਿੰਦਾ ਇਹਨੇ ਆਪਣੇ ਕਰਮਾਂ ਦਾ ਖੇਤ ਬੀਜਿਆ ਹੋਇਆ, ਵੱਢਣਾ ਇਹਨੂੰ ਵੀ ਪੈਣਾ। ਕਿਹਦੇ ਭਾਵ? ਹਰਨਾਕਸ਼ ਨੇ। ਜੇ ਉਹਨੇ ਘੋਰ ਤਪ ਕੀਤਾ ਤੇ ਰਾਜ ਤੇ ਉਹਨੇ ਕਰਨਾ ਹੀ ਕਰਨਾ। ਜਿਹਦੀ ਕਿਸਮਤ ਵਿੱਚ ਰੱਬ ਨੇ ਧਨ ਦੌਲਤ ਪਦਾਰਥ ਤੇ ਸੁੱਖ ਦਿੰਦੇ ਹੋਏ ਆ ਨਾ, ਜਮਾਨਾ ਇੱਕ ਪਾਸੇ ਇਕੱਠਾ ਹੋ ਕੇ ਆਖੇ ਵੀ ਇਹ ਬੰਦੇ ਨੂੰ ਰਵਾਉਣਾ ਹੈ, ਦੁਖੀ ਕਰਨਾ, ਚੀਕਾਂ ਮੜਾਉਣੀਆਂ, ਲੋਕਾਂ ਦੀ ਨਿਕਲ ਜਾਂਦੀਆਂ, ਉਹਨੂੰ ਫਰਕ ਨਹੀਂ ਪੈਂਦਾ। ਤੇ ਰੱਬ ਨੇ ਕਿਹਨੂੰ ਦੁੱਖ ਦੇਤਾ ਵੀ ਇਹ ਹੱਸ ਨਹੀਂ ਕਦੇ ਸਕਦਾ, ਉਹਨੂੰ ਕਰੋੜਾਂ ਰੁਪਈਏ ਮਿਲ ਜਾਣ, ਪਦਾਰਥ ਮਿਲ ਜਾਣ, ਜੱਗ ਦੀਆਂ ਸਹੂਲਤਾਂ ਮਿਲ ਜਾਣ, ਕੋਈ ਉੱਥੇ ਬੈਠਾ ਵੀ ਕਹਿੰਦਾ ਹਾਏ ਮਰ ਗਏ, ਘਾਟਾ ਪੈ ਗਿਆ, ਬੜੀ ਖੁਸ਼ੀ, ਹੱਸ ਨਹੀਂ ਨਾ ਸਕਦਾ। ਉਹ ਕਹਿੰਦੇ ਜੋ ਇਹਨੇ ਬੀਜਿਆ ਇਹਨੇ ਵੱਢਣਾ। ਬੀਜਿਆ ਕੀ ਹੋਇਆ? ਤਪ ਕੀਤਾ ਹੋਇਆ, ਰਾਜ ਕਰੇਗਾ ਤੇ ਰਾਜ ਵੀ ਕਠਨ ਕਰੇਗਾ। ਤਪੱਸਿਆ ਕਠਨ ਹੈ, ਰਾਜ ਕਠਨ ਹੈ। ਕਹਿੰਦੇ ਅੱਗੇ ਨੂੰ ਜੋ ਬੀਜੇਗਾ ਸੋ ਵੱਢੇਗਾ। ਕੱਲੀ ਹਿਰਣਕਸ਼ਿਪ ਦੀ ਗੱਲ ਨਹੀਂ, ਦੁਨੀਆ ਤੇ ਜੰਮਣ ਵਾਲਾ ਹਰ ਬੰਦਾ ਪਹਿਲਾ ਬੀਜਿਆ ਹੁਣ ਵੱਢਦਾ ਤੇ ਹੁਣ ਦਾ ਬੀਜਿਆ ਨਾਲ ਨਾਲ ਵੱਢੀ ਜਾਏਗਾ ਤੇ ਅੱਗੇ ਵੀ ਵੱਢੇਗਾ।
ਇਸੇ ਕਰਕੇ ਸਤਿਗੁਰ ਲਿਖਦੇ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੀਤੇ ਕੰਮਾਂ ਕਰਕੇ ਵਿਛੜੇ ਫਿਰਦੇ ਆ। ਮਨੁੱਖ ਨੇ ਆਪਣੇ ਕਰਮ ਹੀ ਐਸੇ ਬੀਜੇ ਨੇ, ਖੇਤ ਸਰੀਰ ਜੋ ਬੀਜੀਐ ਸਭ ਅੰਤ ਖਲੋਆ ਆਏ। ਤੁਸੀਂ ਆਪਣੇ ਸਰੀਰ ਨਾਲ ਪੁੰਨ ਕਰ ਲਓ, ਪੁੰਨ ਦਾ ਫਲ ਮਿਲ ਜੂ। ਮਾੜਾ ਕੰਮ ਕਰ ਲਓ, 10 ਗੁਣਾ ਮਾੜਾ ਮਿਲ ਜੂ। ਕਿਸੇ ਦਾ ਚੰਗਾ ਸੋਚੋ, 10 ਗੁਣਾ ਚੰਗਾ ਫਲ ਕਰ ਜੂਗੇ। ਕਿਸੇ ਦਾ ਬੁਰਾ ਸੋਚ ਲਓ, 10 ਗੁਣਾ ਤੁਹਾਡਾ ਬੁਰਾ ਤੈਅ ਆ, ਪੱਕਾ ਬਣਦੇ, ਕਿਉਂਕਿ ਤੁਹਾਡੀ ਸੋਚ ਦੇ ਮੁਤਾਬਕ। ਉਹ ਕਹਿੰਦੇ ਹਿਰਣਕਸ਼ਿਪ ਨੇ ਘੋਰ ਤਪ ਕੀਤਾ, ਰਾਜ ਮਿਲ ਗਿਆ। ਹੁਣ ਇਸ ਰਾਜ ਵਿੱਚ ਜੋ ਨੇ ਕੀਤਾ ਉਹਨੇ ਵੀ ਵੱਢਣਾ ਹੈ, ਤੇ ਦੇਵਤਿਆਂ ਜੋ ਕੀਤਾ ਉਹ ਵੀ ਵੱਢਣਗੇ। ਦੇਵਤਿਆਂ ਨੇ ਕੀ ਕੀਤਾ ਸੀ? ਦੇਵਤਿਆਂ ਨੇ ਵੀ ਘੱਟ ਨਹੀਂ ਗੁਜ਼ਾਰੀ ਕਿਸੇ ਨਾਲ। ਰਾਖਸ਼ਾਂ ਦੇ ਨਾਲ ਇਹਨਾਂ ਦਾ ਨਿੱਤ ਦਾ ਹੀ ਵੈਰ ਸੀ। ਇਹ ਕਹਿੰਦੇ ਰਾਖਸ਼ ਬੰਦੇ ਜੀ, ਰਾਖਸ਼ ਕਹਿੰਦੇ ਤੁਸੀਂ ਠੀਕ ਨਹੀਂ ਹੋ। ਹੁਣ ਕੋਈ ਰਾਖਸ਼ਾਂ ਦੇ ਸਿੰਘ ਤਾਂ ਨਹੀਂ ਸੀ ਲੱਗੇ। ਦੇਵਤਿਆਂ ਦੀ ਇੱਕ ਜਾਤੀ ਹੈ, ਜਿਵੇਂ ਇੰਡੀਅਨ ਲੋਕ, ਇੰਡੀਅਨ ਓਸ਼ਨ ਦੇ ਨੇੜੇ ਰਹਿੰਦੇ, ਆਪਾਂ ਲੋਕ ਭਾਰਤੀ ਮੂਲ ਦੇ ਲੋਕ ਹਨ। ਆਪਾਂ ਨੂੰ ਬਰਾਊਨ ਕਹਿੰਦੇ, ਬਰਾਊਨ ਪੀਪਲ, ਭੂਰੇ ਰੰਗ ਦੇ ਲੋਕ। ਫਿਰ ਇੱਕ ਦੱਖਣੀ ਅਫਰੀਕਾ ਵਾਲੇ, ਕਾਲੇ ਹੈ ਤੇ ਉਹ ਵੀ ਬੰਦੇ ਹੀ ਆ। ਇੱਧਰ ਨੂੰ ਚੱਲ ਜਾਓ ਯੂਰਪ ਵਾਲੇ ਪਾਸੇ, ਛਿੱਲੇ ਜਿਹੇ ਆਲੂ ਸਾਰੇ ਗੋਰੇ ਆ ਨਾ, ਫਰਕ ਹੈ ਤੇ ਉਹ ਵੀ ਬੰਦੇ ਆ। ਨਸਲਾਂ ਵੀ ਫਰਕ ਹੈ। ਇਸੇ ਕਰਕੇ ਨਸਲ ਭੇਦ ਦੇ ਵਿਤਕਰੇ ਅੱਜ ਵੀ ਨੇ। ਰਾਖਸ਼ਾਂ ਦੇ ਕੋਈ 15 ਸਿੰਘ ਨਹੀਂ ਲੱਗੇ ਹੋਏ। ਉਹ ਅਲੱਗ ਗੱਲ ਆ ਵੀ ਵਿਖਾਇਆ ਜਾਂਦਾ, ਉਦਾਂ ਦਾ ਬੰਦਾ ਸੋਚਦਾ ਹੈ। ਰਾਖਸ਼ ਅਤੇ ਦੇਵਤੇ ਬਿਰਤੀ ਕਰਕੇ ਸੀ, ਪਾਵਰਾਂ ਕਰਕੇ ਸੀ, ਕਰਾਮਾਤਾਂ ਕਰਕੇ ਸੀ, ਤੇ ਨਾ ਕਿਸੇ ਦੇਵਤੇ ਦੇ 15 ਬਾਹਾਂ ਲੱਗੀਆਂ ਸੀ। ਪਹਿਲਾਂ ਮੈਨੂੰ ਇਹ ਦੱਸੋ, ਮਾਫ ਕਰਿਓ, ਦੇਵਤੇ ਬਹੁਤ ਸਤਿਕਾਰਯੋਗ ਨੇ, ਸਦਾ ਸਤਿਕਾਰਯੋਗ ਰਹਿਣਗੇ। ਇੰਨੀਆਂ ਭਗਤੀਆਂ ਕੀਤੀਆਂ ਨੇ। ਉਹ ਕਿਹੜੀ ਦੇਵੀ ਹੈ ਜਿਹਦੀਆਂ 15 ਬਾਹਾਂ ਨੇ? ਮੈਨੂੰ ਇਹ ਦੱਸੋ ਵੀ ਉਹ ਕਿਹੜੇ ਟੇਲਰ ਤੋਂ ਕੱਪੜੇ ਸਵਾਉਂਦੀ, ਉਹ ਜਿਹੜਾ ਬਾਹਾਂ ਦੇ ਨਾਪ ਲੈਂਦਾ ਹੋਊ, ਯਾਰ ਚੌਥੀ ਬਾਂਹ, 5ਵੀਂ ਬਾਂਹ। ਉਹ ਕਿਹੜਾ ਰਾਵਣ ਸੀ ਜਿਹਨੂੰ 10 ਸਿਰਾ ਕਹਿੰਦੇ ਸੀ ਵੀ ਉਹਦੇ 10 ਸਿਰ ਨੇ? ਮੈਂ ਕਹਿੰਦਾ ਦਰਵਾਜ਼ੇ 'ਚੋਂ ਵੜਦਾ ਹੋਊਗਾ ਤੇ 5-7 ਜੁੱਤਾਂ ਕੰਧ ਨਾਲ ਵੱਜਦੇ ਹੋਣੇ। ਸੌਦਾ ਕਿਹੜੇ ਕੱਟਦੇ ਹੋਣਾ? ਨਹਾਉਂਦਾ ਕਿਵੇਂ ਹੋਊਗਾ? ਉਹ ਰੱਥ ਕਿਵੇਂ ਚਲਾਉਂਦਾ ਹੋਊ? ਤੇ ਸਿਰ ਫਸ ਜਾਂਦੇ ਹੋਣੇ ਦਰਖਤਾਂ 'ਚ। ਨਹੀਂ, ਭਾਵ ਡੂੰਘੇ ਆ। ਬਾਣੀ ਨੇ ਰਾਵਣ ਨੂੰ 10 ਸਿਰ ਲਿਖਿਆ, 10 ਸਿਰਾਂ ਵਾਲਾ। ਭਾਵ 10 ਸਿਰਾਂ ਦਾ ਗਿਆਨ ਰੱਖਦਾ ਸੀ ਝਟਪਟ। ਜਿਹਦੇ ਕੋਲ 20 ਬਾਹਾਂ ਦਾ ਬਲ ਸੀ, ਬਾਹਾਂ ਦੋ ਹੀ ਸੀ, 20 ਬਾਹਾਂ ਦਾ ਕੰਮ ਕਰਦੀ ਸੀ। ਇਹ ਸੀ। ਆਪਾਂ ਹੋਰੇ ਕੁਛ ਕਰਤਾ। ਆ ਕੇਕੜੇ ਦੇਖੇ ਨਾ ਪਾਣੀ ਵਾਲੇ, 5-5 7-7 ਬਾਹਾਂ, ਪੈਰ ਉਹਨਾਂ ਦੇ ਹੁੰਦੇ, ਅਸੀਂ ਉਹੀ ਚੇਪਤੀ ਉਧਰ। ਠੀਕ ਹੈ, ਕਿਸੇ ਨੇ ਕਿਹੜਾ ਪੁੱਛਣਾ, ਕਿਸੇ ਨੇ ਕਿਹੜਾ ਦੱਸਣਾ, ਚੱਲੀ ਜਾਂਦਾ ਕੰਮ। ਰਾਖਸ਼ਾਂ ਦੇ ਕੋਈ ਸਿੰਘ ਨਹੀਂ ਲੱਗੇ ਹੋਏ। ਰਾਖਸ਼ ਸੀ ਬੰਦਿਆਂ ਵਰਗੇ। ਹੁਣ ਮੰਨ ਲਓ ਹਰਨਾਕਸ਼ ਕੌਣ ਹੈ ਜੀ? ਰਾਖਸ਼ ਹੈ। ਜੇ ਹਰਨਾਕਸ਼ ਰਾਖਸ਼ ਹੈ, ਉਹਦੇ ਸਿਰ ਤੇ ਸਿੰਘ ਨੇ, ਉਹਦੇ ਮੁੰਡੇ ਦੇ ਸਿੰਘ ਪੂਛ ਕਿਉਂ ਨਹੀਂ? ਆਖੋ ਸਤਨਾਮ। ਉਹਦੇ ਭਗਤ ਪ੍ਰਹਿਲਾਦ ਹੈ। 50 ਸਾਲਾਂ ਦਾ ਇੰਨਾ ਕਿਊਟ ਜਿਹਾ ਬਾਲਕ ਹੈ, ਸਤਿਗੁਰਾਂ ਦੇ ਸਾਹਮਣੇ ਬੈਠਾ। ਸਮਝੀ ਤੇ ਸਹੀ ਹੈ ਕੀ? ਬਸ ਐਵੇਂ ਰੌਲਾ ਪਾਇਆ, ਸੁਣੀ ਸੁਣਾਈ ਗੱਲ ਅੱਗੇ ਚੇਪੀ ਜਾਂਦੇ, ਕਾਪੀ ਪੇਸਟ। ਪਤਾ ਹੋਣਾ ਚਾਹੀਦਾ ਜੇ ਉਹ ਰਾਖਸ਼ ਸੀ ਬਿਰਤੀ ਕਰਕੇ। ਇੱਥੇ ਕਸਾਈ ਲੋਕ ਨੇ ਬੱਕਰਾ ਵੱਢਦੇ ਆ, ਮੁਰਗਾ ਵੱਢਦੇ, ਉਹ ਰਾਖਸ਼ ਉਹਨਾਂ ਤੋਂ ਵੱਡਾ ਕੌਣ ਹੈ? ਤਰਸੀ ਨਹੀਂ ਕਰਦੇ। ਕੋਈ ਗਰੀਬ ਹੁੰਦਾ, ਚਾਹ ਥੱਪੜ ਮਾਰਨਾ ਗੱਲ ਤੇ ਜਾ ਕੇ ਚੱਲ ਬਾਹਰ ਹੋਏ। ਬੜੇ ਡਿਪਾਰਟਮੈਂਟ ਜਿੱਦਾਂ ਦੇ ਲੋਕ ਨੇ, ਬੜੇ ਉਹ ਵੀ ਨੇ, ਭੁੱਖਿਆਂ ਨੂੰ ਪਾਣੀ ਪਿਲਾਉਂਦੇ, ਭੋਜਨ ਛਕਾਉਂਦੇ ਆ। ਪੁਲਿਸ ਵਾਲਿਆਂ 'ਚ ਵੀ ਹੈਗੇ ਚੰਗੇ ਲੋਕ, ਤੇ ਰਾਖਸ਼ ਵੀ ਬੜੇ ਆ। ਹੁਣ ਬਿਰਤੀ ਕਰਕੇ ਆ ਸਾਰਾ ਕੁਝ। ਦੇਵਤੇ ਤੇ ਰਾਖਸ਼ ਇੱਕੋ ਹੀ ਹਨ। ਨਸਲਾਂ ਕਰਕੇ ਫਰਕ ਸੀ, ਨਸਲਾਂ ਕਰਕੇ। ਜਦੋਂ ਕਹਿੰਦੇ ਦੇਵਤਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਸਾਡੇ ਤੇ ਰਾਖਸ਼ਾਂ ਦਾ ਰਾਜ ਆ, ਪਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਕੀ ਕਰੀਏ? ਬ੍ਰਹਮਾ ਜੀ ਕੋਲ ਆਏ, ਉਹ ਕਹਿੰਦਾ ਮੈਂ ਕੁਝ ਨਹੀਂ ਕਰ ਸਕਦਾ। ਕਹਿੰਦੇ ਗੁਰੂ ਜੀ ਤੁਸੀਂ ਉਹ ਤੇ ਸਾਰਾ ਕੁਝ ਕੀਤਾ ਹੈ। ਜਦ ਉਹਨੇ ਮੰਗਿਆ ਸੀ ਮੈਨੂੰ ਰਾਜ ਸਵਰਗਾਂ ਦਾ ਦੇ ਦਿਓ, ਤੁਸੀਂ ਕਿਉਂ ਆਖਿਆ ਤਥਾਸਤੂ? ਬ੍ਰਹਮਾ ਜੀ ਕਹਿੰਦੇ ਭੁੱਲ ਹੋ ਗਈ, ਉਹਦੇ ਕਰਮਾਂ 'ਚ ਲਿਖਿਆ ਸੀ ਤਾਂ ਹੀ ਹੋਈ ਨਾ ਭੁੱਲ। ਉਹਨੇ ਜੋ ਬੀਜਣਾ ਸੀ ਉਹ ਹੀ ਵੱਢਣਾ ਏ। ਉਗਰ ਡੰਡ ਧਰ ਸਭ ਕੇ ਸੀਸਾ, ਸੌਰਭਿਆ ਕੁਲ ਪੇ ਸਹਿਤ ਸਰੀਸ਼ਾ। ਹਰ ਦੇਵਤੇ ਦੇ ਸਿਰੇ ਉੱਤੇ ਉਹਨੇ ਜ਼ਿੰਮੇਵਾਰੀ ਪਾ ਦਿੱਤੀ, ਭੱਜ ਨਹੀਂ ਸਕਦਾ ਕੋਈ। ਆਪਣੀ ਕੈਦ 'ਚ ਬੰਨੇ ਹੋਏ ਆ, ਸਵਰਗ ਦੀ ਕੰਧ ਟੱਪ ਕੇ ਵਿਖਾਓ, ਬਾਹਰ ਜਾ ਕੇ ਵਿਖਾਓ। ਪਰ ਫਿਰ ਕੀ ਸੀ?
ਸੱਚੀ ਗੱਲ ਹੈ, ਦੁੱਖ ਹੋਵੇ, ਭੀੜ ਹੋਵੇ, ਵਕਤ ਹੋਵੇ ਨਾ, ਬੰਦੇ ਨੂੰ ਰੱਬ ਚੇਤੇ ਕਰਾਈ ਦਿੰਦਾ। ਆਖੋ ਸਤਿਨਾਮ। ਚੰਗਾ ਭਲਾ ਬੰਦਾ, ਮੈਂ ਕਹਿੰਦਾ ਗੁਰਦੁਆਰੇ ਮੰਦਰ ਅੱਗੇ ਬ੍ਰੇਕ ਨਹੀਂ ਲਾਉਂਦਾ, ਕਹਿੰਦਾ ਟਾਈਮ ਨਹੀਂ ਫੇਰ ਆ ਜਾਂਦੇ। ਤੇ ਜਿੱਦਣ ਕਿਤੇ ਪਈ ਹੋਵੇ ਭੀੜ, ਪਤਾ ਹੈ ਫਲਾਣੀ ਬਿਮਾਰੀ ਲੱਗੀ ਹੈ, ਟੈਸਟ ਕਰਾਉਣਾ ਹੈ, ਉਹ ਗੁਰਦੁਆਰੇ 2 ਘੰਟੇ ਪਹਿਲੇ ਗੁੱਲਣ ਤੋਂ ਬੈਠਾ, ਬਾਬਾ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਿਓ, ਤੰਦਰੁਸਤੀ ਬਖਸ਼ਿਓ। ਬੜੀ ਸ਼ਰਧਾ ਆ ਗਈ ਵੀ, ਤੇ ਸ਼ਰਧਾ ਸ਼ੁਰਧਾ ਕੋਈ ਨਹੀਂ, ਫਸਿਆ ਫਿਰਦਾ। ਆਖੋ ਸਤਿਨਾਮ। ਫਸਿਆ ਹੋਇਆ ਝਾੜੂ ਲਾਉਂਦਾ ਇਹ, ਵਕਤ ਪਿਆ ਹੋਇਆ, ਕੋਈ ਦਿਸਦਾ ਹੀ ਨਹੀਂ ਹੈ। ਜੇ ਭੀੜ ਪਈ ਤੇ ਰੱਬ ਚੇਤੇ ਕਰਨਾ, ਉਹ ਰੱਬ ਚੇਤੇ ਨਹੀਂ, ਉਹ ਮਤਲਬ ਪ੍ਰਸਤੀ ਹੈ। ਪ੍ਰੇਮ ਨਾਲ ਕਰਨਾ ਅਲੱਗ ਚੀਜ਼ ਹੈ। ਦੇਵਤੇ ਫਿਰਦੇ ਆਸੇ ਪਾਸੇ, ਕਹਿੰਦੇ ਆਪਣੇ ਸਾਥੀ ਕੰਮ ਨਾ ਆਏ, ਕਿਉਂਕਿ ਰਾਜਾ ਇੰਦਰ ਮੁਖੀਆ ਏ। ਜਦ ਉਹੀ ਕਸਟਡੀ ਦੇ ਵਿੱਚ ਹੈ ਤੇ ਬ੍ਰਹਮਾ ਜੀ ਜਿਹੜਾ ਬਾਹਰ ਨੇ, ਬੇਸ਼ੱਕ ਉਹਨਾਂ ਕੋਲ ਸ੍ਰਿਸ਼ਟੀ ਬਣਾਉਣ ਦੀ ਪਾਵਰ ਹੈ, ਸਭ ਕੁਝ ਹੈ, ਰਹਿਣਾ ਤੇ ਆਪਣੇ ਰਾਜੇ ਦੇ ਅੰਦਰ ਹੀ ਹੈ। ਜਦ ਉਹ ਹੱਥ ਜੋੜੀ ਫਿਰਦਾ ਏ, ਪਰ ਅੰਦਰੋਂ ਸਾਰੇ ਚਾਹੁੰਦੇ ਆ ਹਿਰਣਕਸ਼ਿਪ ਦੇ ਰਾਜ ਦਾ ਤਖਤਾ ਪਲਟ ਹੋ ਜੇ, ਇਹਨੂੰ ਅੰਦਰ ਸੁੱਟੀਏ, ਸਾਡੇ ਤੋਂ ਦੂਰ ਹੋ ਜੇ। ਪਰ ਜਿਉਂ-ਜਿਉਂ ਉਹ ਦਿਲਾਂ ਦੀਆਂ ਜਾਣਦਾ, ਕਿਉਂਕਿ ਉਹ ਵੀ ਅੰਤਰਜਾਮੀ ਹੈ, ਹਿਰਣਕਸ਼ਿਪ ਸਭ ਕੁਝ ਜਾਣਦਾ ਹੈ, ਭਗਤੀ ਇੰਨੀ ਕਰ ਲਈ। ਕਹਿੰਦੇ ਜੋ ਦੇਵਤੇ ਸੋਚਦੇ ਉਹ ਪਹਿਲਾਂ ਹੀ ਘੇਰ ਲੈਂਦਾ, ਉਹਨਾਂ ਨੂੰ ਦੁੱਖ ਤਸੀਹੇ ਦਿੰਦਾ ਏ। ਸਭ ਮਿਲ ਗਏ ਸ਼ਰਨ ਕਰਤਾਰਾ, ਬਹੁ ਪ੍ਰਕਾਰ ਕੋ ਸੋ ਜਸ ਉਚਾਰਾ। ਆਖਰਕਾਰ ਦੇਵਤਿਆਂ ਨੂੰ ਇਕੱਠੇ ਹੋਣਾ ਪਿਆ ਵੀ ਏਕੇ ਜਗਰਾ ਮਾਤ ਆ ਜਾਓ ਸਾਰੇ। शिव जी भी आ गए उठ के कैलाश तो, ब्रह्मा जी आ गए, विष्णु को आ गए। विष्णु कहता जी मैं की कर सकता, मेरे पिछे ते मूसल चकी फिरदा हो। वो कहता मैनू विष्णु लभे तां सही, मेरे भरा नूं मारिया, मैं विष्णु ते विष्णु दे चेलियां दे टुकड़े टुकड़े करने। कहते डिसीजन करो। राजा इंद्र भी बैठा है, सूर्य देवता भी बैठा है, जिन्ने सनातन मत च मने सारे दे सारे 33 करोड़ इकट्ठे हो गए। आखिरकार गल आई, कहते हुण कोई निरंकार तो बिना नहीं बचा सकता, रब तो बिना साडा कोई रखियत नहीं। पार ब्रह्म गुण निध भगवंता, श्री परमेश्वर कमला कंता। उस वेले अरदास कीती ब्रह्मा जी ने देवतियां समेत इकट्ठे होके, हे अकाल पुरख वाहिगुरु परमात्मा परम परमेश्वर जीओ, तेरी साजी हुई सृष्टि ते अज भीड़ बन गई है, ते वो भी तेरे ही भगत है। रब तो बाहर थोड़ी है कुछ, देवते भी रब दे आ, राक्षस भी रब दे आ, नास्तिक भी रब दे आ, आस्तिक भी रब दे आ। जाप साहब की बाणी पढ़ी, सारा कुछ ही समझ आउंदा भी सब कुछ तू ही है, तेरे तो बिना कुछ नहीं है। जदों ये वचन ये बेनतियां देवते कई साल करते रहे, कई साल तरले लेंदे, मिहनतां करदे रहे, कहते हे अकाल पुरख बहुत जा तरस कर, सन ते मौत भी नहीं होती, एक असीं नहीं मार सकते। बारे नहीं लए हुए हमने भी कोई हथियार ना मारे, बंदा ना मारे, देवता ना मारे, कोई भी मार नहीं सकता। सच्चे पातशाह हुण सानू किते भी कुछ दिसदा नहीं, एक तेरा ही सहारा ए। दीन दयाल गोबिंद अनंता, सरबन मैं बिनती संता। सारे देवते पुकारा करदे आ, रोंदे आ रब अगे, दीन दयाल भरोसे तेरे सब परिवार चढ़ाया वेड़े, किरपा दे कर। कहंदे अकाल पुरख दी कचहरी सचखंड दे विच रोण दीयां आवाज़ां आउंदियां ने। जिस स्वर्ग नूं लोक अज भी लोचदे आ ना धरती ते, धर्मी बंदे जिहनूं मर्जी पुछ ला, कहंदा मैं तां स्वर्ग जाऊं। भी कदे दिल्ली गया कदे, कोलकाता देखे है, गोवा देखे है ना, स्वर्ग जाऊंगा। घर तो बाहर जा नहीं सकता, टिकट स्वर्ग की कटाई फिरदा। सतनाम। एक भरम पाया ना मन च, मैं स्वर्ग चले जा। जदों स्वर्गां दे हासे दीयां आवाज़ां बंद हो के अज रोण दीयां आउण लगियां ना चीकां, ओयो परमात्मा सब दी सुणदा है, कीड़ी दी भी सुणदा है, हाथी दी भी सुणदा है, देवते रोए। देखो जेड़े घर विचों हसण दी आवाज़ आवे, एक दिन कोई रो पए ते सच्ची ध्यान ते जांदा भी कुछ जरूर गड़बड़ है। इत्थे ते सारे हसदे सी, रोंदे क्यों? रोए जदों ना सारे ब्रह्मा जी तो लैके विष्णु शिव तक, क्योंकि पावर ही नहीं किसी दी। हिरण्यकश्यप एडा पावरफुल हो गया, एडा पावरशाली।
ਵੀ ਕਿਸੇ ਦੇਵਤੇ ਦੇ ਵਿੱਚ ਇੰਨਾ ਵੀ ਦਮ ਨਹੀਂ ਕੋਈ ਉਹਨੂੰ ਕੋਈ ਕਹਿ ਦੇ। ਇਹਨੂੰ ਕਹਿੰਦੇ ਭਗਤੀ। ਭਗਤੀ ਕਰਕੇ ਤੁਸੀਂ ਕੁਝ ਵੀ ਬਣ ਸਕਦੇ ਹੋ, ਕੁਝ ਵੀ, ਪਰ ਕਰਨੀ ਔਖੀ ਹੈ। ਤਪੱਸਿਆ ਕਰਨੀ ਔਖੀ ਹੈ। ਜਦੋਂ ਕਹਿੰਦੇ ਦੇਵਤਿਆਂ ਦੀ ਪੁਕਾਰ ਅਕਾਲ ਪੁਰਖ ਜੀ ਨੇ ਸੁਣੀ, ਵਾਹਿਗੁਰੂ ਨੇ ਫਿਰ ਤਰਸ ਕੀਤਾ। ਆਰਤ ਹਰਨ ਭਗਤ ਨਿਜ ਪਾਲਕ, ਦੁਖਦਾਈ ਦੁਸ਼ਟਨ ਕੋ ਕਾਲਿਕ। ਪਰਮੇਸ਼ਰ ਅਗੇ ਰੋ ਰੋ ਕੇ ਸਾਰੇ ਦੇਵਤੇ ਦੱਸਦੇ, ਕਹਿੰਦੇ ਜੀ ਇਸ ਦੁਸ਼ਟ ਨੇ ਸਾਡੇ ਧਰਮ ਨੂੰ ਖਰਾਬ ਕਰਤਾ, ਭਗਤੀ ਖਰਾਬ ਕਰਤੀ। ਦੇਵੀ ਦੇਵਤਿਆਂ ਦੇ ਨਾਲ ਵਿਕਾਰ ਭੋਗਦਾ ਹੈ, ਮਾੜੇ ਕਰਮ ਕਰਦਾ ਹੈ, ਹੰਕਾਰਿਆ ਹੋਇਆ, ਵੱਧ ਘੱਟ ਬੋਲਦਾ। ਉਹ ਕਹਿੰਦਾ ਮੈਂ ਛੱਡਣਾ ਹੀ ਕਿਸੇ ਨੂੰ ਨਹੀਂ, ਅਸੀਂ ਮਾਰ ਨਹੀਂ ਸਕਦੇ। ਫਿਰ ਦੁਖੀ ਨਾ, ਤੁਸੀਂ ਕਿਸੇ ਦਾ ਕੁਝ ਵਿਗਾੜ ਨਾ ਸਕਦੇ ਹੋ ਤੇ ਅਗਲਾ ਤੁਹਾਨੂੰ ਨੇਰੀਆਂ ਉਠਾ ਦੇ, ਤੁਹਾਡੀ ਉੱਠਣਾ ਬੈਠਣਾ ਹਰਾਮ ਕਰਦੇ, ਫਿਰ ਕੀ ਕਰੋਗੇ? ਬੰਦਾ ਕਹਿੰਦਾ ਮੈਂ ਮਰ ਜੂ, ਬਸ ਮੇਰਾ ਕੋਈ ਹਿੱਲਾ ਨਹੀਂ, ਮੇਰੀ ਕੋਈ ਨਹੀਂ ਹੋਣਾ। ਜਦੋਂ ਕਿਸੇ ਨੇ ਨਾ ਸੁਣੀ, ਵਾਹਿਗੁਰੂ ਅੱਗੇ ਸੁਣਾਈ, ਤੇ ਵਾਹਿਗੁਰੂ ਜੀ ਨੇ ਆਕਾਸ਼ ਬਾਣੀ ਰਾਹੀਂ ਪੁੱਛਿਆ ਦੁੱਖ ਕੀ ਹੈ? ਪੁੱਤਰੋ ਦੁੱਖ ਦੇ ਦੱਸੋ। ਰੋਣ, ਹਾਹਾਕਾਰ ਮਚਾਉਣਾ, ਦਿਲੋਂ ਰੋਂਦੇ ਸੀ ਅੱਜ। ਕਹਿੰਦੇ ਜੀ ਸਾਡਾ ਖਾਣਾ ਪੀਣਾ ਹਰਾਮ ਹੋ ਗਿਆ ਹੈ, ਰਾਖਸ਼ਾਂ ਨੇ ਸਵਰਗ ਤੇ ਕਬਜ਼ਾ ਕਰ ਲਿਆ, ਦੇਵਤਿਆਂ ਦੀ ਹੁਣ ਜੂਨ ਹੋਈ ਹੈ। ਸਤ ਚਿਤ ਆਨੰਦ ਰੂਪ ਮਕੰਦਾ, ਨਮੋ ਨਮੋ ਤਵ ਪਗ ਸੁਖ ਕੰਦਾ। ਉਸ ਬ੍ਰਹਿਮੰਡ ਵਿੱਚ ਪਰਮਾਤਮਾ ਦੀ ਆਪ ਪ੍ਰਤੱਖਦਰਸ਼ੀ ਪ੍ਰਗਟ ਹੋ ਗਏ। ਤਰਸ ਕੀਤਾ ਬ੍ਰਹਿਮੰਡ ਦੇ ਮਾਲਕ, ਸ੍ਰਿਸ਼ਟੀ ਦੇ ਰੱਬ। ਪਤਾ ਕਿੰਨਾ ਵੱਡਾ? ਤੁਸੀਂ ਰੱਬ ਦੀ ਗੱਲ ਛੱਡੋ, ਰੱਬ ਨੂੰ ਕੌਣ ਜਾਣ ਸਕਦਾ ਹੈ? ਬ੍ਰਹਿਮੰਡ ਵਿੱਚ ਕਿੰਨੇ ਤਾਰੇ ਨੇ? ਪੂਰੀ ਦੁਨੀਆ ਦੇ ਕਿੰਨੇ ਬੀਚ ਨੇ? ਸਮੁੰਦਰਾਂ ਦੇ ਕਿਨਾਰੇ ਗਿਣ ਲਓਗੇ? ਨਹੀਂ। ਕੱਲੇ ਕੱਲੇ ਟਾਪੂ ਤੇ ਕਿਸੇ 'ਚ 15 ਬੀਚ, ਕਿਸੇ ਤੇ 40 ਬੀਚ, ਕਿਸੇ ਤੇ 27 ਬੀਚ, ਅਲੱਗ-ਅਲੱਗ ਨੇ। ਪੂਰੀ ਦੁਨੀਆ ਦੇ ਸਮੁੰਦਰਾਂ ਦੇ ਕਿਨਾਰਿਆਂ ਤੇ ਜਿੰਨਾ ਰੇਤਾ ਪਿਆ, ਇੱਕ ਇੱਕ ਕਣ ਉਹ ਗਿਣ ਲਓ, ਗਿਣ ਸਕਦਾ ਕੋਈ? ਇਹ ਤੋਂ ਵੱਧ ਤੇ ਬ੍ਰਹਿਮੰਡ ਵਿੱਚ ਤਾਰੇ ਨੇ। ਆਖੋ ਸਤਨਾਮ। ਇਹ ਤੋਂ ਜ਼ਿਆਦਾ ਰੇਤਾ ਵੇਖ ਲਓ ਕਿੰਨਾ ਪਿਆ ਉਸ ਸਮੁੰਦਰਾਂ ਦੇ ਕਿਨਾਰੇ, ਇੱਕ ਇੱਕ ਕਣ ਗਿਣ ਲਓ। ਤੇ ਜਿਹਨੇ ਐਡੇ ਬ੍ਰਹਿਮੰਡ ਸਾਜੋ, ਰੱਬ ਕਿੱਡਾ ਵੱਡਾ ਹੈ। ਦੇਵੀ ਦੇਵਤੇ ਤੇ ਉਹਦੀਆਂ ਕਠਪੁਤਲੀਆਂ ਨੇ, ਛੋਟੀਆਂ ਛੋਟੀਆਂ ਸ਼ਕਤੀਆਂ ਨੇ। ਜਿਵੇਂ ਇੱਕ ਕੰਪਨੀ 'ਚ ਛੋਟੇ ਛੋਟੇ EMPLOYE ਹੁੰਦੇ ਆ ਨਾ, ਵਰਕਰ, ਕਿਸੇ ਦੀ ਡਿਊਟੀ ਕਿਤੇ ਲੱਗੀ ਹੈ, ਕਿਸੇ ਦੀ ਕਿਤੇ ਲੱਗੀ ਹੈ। ਕੋਈ ਗੱਡੀ ਠੀਕ ਕਰਦਾ ਹੈ, ਕੋਈ ਪੇਂਟ ਕਰਦਾ ਹੈ, ਕੋਈ ਇੰਸ਼ੋਰੈਂਸ ਕਰਦਾ ਹੈ, ਕੋਈ ਕੁਛ ਕਰਦਾ ਹੈ। ਅਲੱਗ-ਅਲੱਗ ਕੰਮ ਨੇ। ਪਰ ਜਿਹੜਾ ਮੁੱਖ ਮਾਲਕ ਹੈ ਉਹਦੇ ਏਸੀ ਲਾਈ ਬੈਠਾ ਹੈ, ਉਹਦੇ ਫਰਕ ਹੀ ਕੋਈ ਨਹੀਂ। ਉਹਦੇ ਕੋਲ ਵੀ ਬੰਦੇ ਰੱਖੇ ਹੋਏ ਆ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਚਲਾਇਆ ਹੋਇਆ ਹੈ। ਅੱਗੇ ਅੱਗੇ ਉਹਦੇ ਬ੍ਰਹਮੇ ਨੇ ਪਤਾ ਨਹੀਂ ਕਿੰਨੇ ਕੁ ਬ੍ਰਹਮੇ ਰੱਖੇ ਹੋਏ, ਦੁਨੀਆ ਸੱਤ ਕਰੋੜਾਂ ਨੇ, ਕਰੋੜਾਂ ਸ਼ਿਵ ਜੀ ਨੇ, ਕਰੋੜਾਂ ਬ੍ਰਹਮੇ ਨੇ। ਇਹ ਗਿਣਤੀ ਸ਼ਬਦ 1 ਕਰੋੜ ਨਹੀਂ, ਕਰੋੜਾਂ। ਕਹਿੰਦੇ ਸਾਰਿਆਂ ਨੇ ਰੋ ਰੋ ਕੇ ਪੁਕਾਰ ਕੀਤੀ, ਵਾਹਿਗੁਰੂ ਜੀ ਔਖਾ ਕਰਤਾ ਸਾਡਾ, ਸਾਡੇ ਕੋਲ ਮਾਰਨ ਵਾਲੀ ਕੋਈ ਸ਼ਕਤੀ ਨਹੀਂ ਹੈ, ਤੂੰ ਹੀ ਬਣਾ ਸਕਦਾ ਤੇ ਤੂੰ ਹੀ ਢਾ ਸਕਦਾ ਹੈ। ਤੂੰ ਸਤ ਚਿਤ ਆਨੰਦ ਸਰੂਪ ਹੈ, ਤੇਰੇ 'ਚ ਦਾਗ ਨਹੀਂ ਕੋਈ, ਤੇਰੇ 'ਚ ਮੈਲ ਕੋਈ, ਤੇਰੇ 'ਚ ਵਿਕਾਰ ਕੋਈ ਨਹੀਂ। ਪਰ ਇਹ ਸਾਜਿਆ ਵੀ ਤੇਰਾ ਹੀ ਹੋਇਆ ਹੈ, ਤੇਰੇ ਤੋਂ ਬਗੈਰ ਇਹਦਾ ਇਲਾਜ ਕੋਈ ਨਹੀਂ। ਹਰ ਹੋ ਪੀਰ ਹਮਰੀ ਜਗ ਸਾਈ, ਹਨੋ ਦੈਤ ਸਭ ਹਨ ਦੁਖਦਾਈ। ਅਕਾਲ ਪੁਰਖ ਕਹਿੰਦੇ ਪੁੱਤਰੋ ਦੁੱਖ ਦੱਸੋ। ਕਹਿੰਦੇ ਜੀ ਇਸ ਰਾਖਸ਼ ਨੇ ਭਗਤੀ ਤੁਹਾਡੀ ਕੀਤੀ, ਤਪ ਕੀਤਾ, ਤਪ ਕਰਕੇ ਇਹੋ ਜਿਹੇ ਵਰ ਬ੍ਰਹਮਾ ਤੋਂ ਮੰਗ ਲਿਓ, ਸਾਡੇ ਦਿੱਤੇ ਸਾਨੂੰ ਹੀ ਔਖੇ ਹੋ ਗਏ। ਇਹਨੂੰ ਕਹਿੰਦੇ ਹੱਥ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਕਿਉਂ ਕੀਤਾ ਬ੍ਰਹਮਾ ਨੇ? ਬ੍ਰਹਮੇ ਨੂੰ ਫਿਕਰ ਸੀ ਵੀ ਜੇ ਰੱਬ ਦੇ ਨੇੜੇ ਆ ਗਿਆ, ਰੱਬ ਤੋਂ ਜੋ ਮੰਗਿਆ ਉਹ ਮਿਲ ਜਾਣਾ, ਫਿਰ ਸਾਡੀਆਂ ਪਾਵਰਾਂ ਨਹੀਂ ਕੰਮ ਕਰਨੀ। ਚਲਾਕੀ ਖੇਡੀ ਸੀ ਨਾ, ਹੁਣ ਚਲਾਕੀ 'ਚ ਬਣੇ ਗਏ। ਮੱਕੜੀ ਜਾਲਾ ਬਣਦੀ ਹੈ ਛੋਟੇ ਛੋਟੇ ਕੀੜੇ ਮਕੌੜਿਆਂ ਨੂੰ ਫਸਾਉਣ ਵਾਸਤੇ, ਪਰ ਮੱਕੜੀ ਦੀ ਮੌਤ ਆਪਣੇ ਬਣਾਏ ਜਾਲੇ ਵਿੱਚ ਫਸ ਕੇ ਹੁੰਦੀ ਹੈ, ਕੋਈ ਨਹੀਂ ਮਾਰਦਾ। ਮਨੁੱਖ ਜਿਉਂ-ਜਿਉਂ ਚਲਾਕੀਆਂ ਕਰਦਾ ਹੈ, ਜਾਲ ਬੁਣਦਾ ਲੋਕਾਂ ਲਈ, ਇੱਕ ਦਿਨ ਕੁਦਰਤ ਉਹਨੂੰ ਉਹਦੇ ਜਾਲ 'ਚ ਬੁਣ ਕੇ ਇੰਨਾ ਕੁ ਇਕੱਲਾ ਕਰ ਦਿੰਦੀ ਹੈ, ਹੁਣ ਆਪਣਾ ਵੀ ਕੋਲੇ ਨਹੀਂ ਖੜਦਾ ਕੋਈ। ਦੇਵੀ ਦੇਵਤਿਆਂ ਦੇ ਸਾਹਮਣੇ ਕਹਿੰਦੇ ਜਾਲ ਬੁਣੇ ਨੇ ਤੇ ਜਾਲਾਂ 'ਚ ਫਸਾ ਲਏ ਸਾਰੇ। ਇਹ ਕਿਰਪਾ ਕੀਤੀ ਸੀ ਬ੍ਰਹਮੇ ਦੀ। ਉਹਨਾਂ ਨੇ ਹਿਰਣਕਸ਼ਪ ਨੂੰ ਮਾਰਨਾ ਚਾਹਿਆ, ਉਸੇ ਦੇ ਜਾਲ 'ਚ ਆਪ ਫਸ ਗਏ। ਹੁਣ ਉਹ ਇੱਕੋ ਹੀ ਪਰਮਾਤਮਾ ਹੈ,
जी तो बिना कोई खाना नहीं। कहते रब जी भगती बड़ी है, तेज बड़ा है, प्रताप बड़ा है। वाहिगुरू कहते वेखो जो उन्हें किया है ना ਉਹਦਾ ਫਲ ਤੇ ਉਹਨੂੰ ਮਿਲਣਾ है, क्योंकि रब ਦੇ ਘਰ ਬੇਇਨਸਾਫੀ नहीं है। ਉਹਨੇ ਮਿਹਨਤ ਕੀਤੀ ਆ, ਤਪ ਕੀਤਾ, ਤਪ ਵੀ ਇਹਨਾਂ ਪੈਰ ਦੇ ਅੰਗੂਠੇ ਤੇ ਖੜ ਕੇ ਕਿੰਨੇ ਯੁੱਗ, ਹਜ਼ਾਰਾਂ ਯੁੱਗ ਤਪ ਕੀਤਾ, ਹਜ਼ਾਰਾਂ ਯੁੱਗ, ਸਾਲ ਨਹੀਂ। ਮੈਂ ਮੋਟਾ ਜਿਹਾ ਦੱਸਿਆ ਸੀ ਨਾ ਵੀ 4 ਯੁੱਗਾਂ ਦੀ ਉਮਰ 43,20,000 ਸਾਲ ਤੇ 1000 ਯੁੱਗ ਲਾ ਲਓ ਕਿੰਨੀ ਉਮਰ ਬਣ ਗਈ ਹੈ। ਇੰਨਾ ਲੰਮਾ ਸਮਾਂ ਤੇ ਤਪ ਕੀਤਾ ਹੈ। ਜਦੋਂ ਇਹ ਸਾਰੀਆਂ ਗੱਲਾਂ ਰੱਬ ਜੀ ਦੇ ਸਨਮੁਖ ਰੱਖੀਆਂ, ਪਰਮਾਤਮਾ ਜੀ ਮੁਸਕਰਾ ਪਏ, ਕਿਉਂਕਿ ਉਹਦੀ ਨਜ਼ਰ 'ਚ ਸਾਰੇ ਬਰਾਬਰ ਨੇ। ਉਹਨੂੰ ਰਾਖਸ਼ ਵੀ ਪਿਆਰੇ ਆ, ਦੇਵਤੇ ਵੀ ਪਿਆਰੇ। ਇਹ ਤੇ ਸਾਡੇ ਅੰਦਰ ਨਫ਼ਰਤ ਆ ਨਾ ਵੀ ਮੈਂ ਹੀ ਇਕੱਲਾ ਸਿੱਖ ਹਾਂ, ਪਤਾ ਨਹੀਂ ਮਹਾਰਾਜ ਮੇਰੇ ਕਿੰਨਾ ਨੇੜੇ। ਕੀ ਪਤਾ ਤੇਰੇ ਦੁਸ਼ਮਣ ਦੇ ਨੇੜੇ ਕਿੰਨਾ ਹੈ, ਜਿਹਨੂੰ ਤੂੰ ਦੁਸ਼ਮਣ ਨਹੀਂ ਕਰਦਾ। ਤੇਰੇ ਤੋਂ ਵੱਧ ਭਗਤੀ ਹੋਵੇ, ਤੇਰੇ ਤੋਂ ਵੱਧ ਉਹ ਰੱਬ ਦੀ ਨਜ਼ਰ 'ਚ ਹੋਵੇ। ਪਰ ਮੈਨੂੰ ਲੱਗਦਾ ਵੀ ਮੈਂ ਪਾਠ ਕਰਦਾ, ਦੂਜਾ ਬੰਦਾ ਹੀ ਨਹੀਂ ਆ। ਸਤਨਾਮ, ਅਸੀਂ ਇੱਥੇ ਖੜੇ ਹਾਂ। ਉਹਦੀ ਨਜ਼ਰ 'ਚ ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬੜਿਆਈ। ਉਹਨੂੰ ਰਾਖਸ਼ ਵੀ ਉਹਨੇ ਪਿਆਰੇ ਆ, ਦੇਵਤੇ ਵੀ ਉਹਨੇ ਪਿਆਰੇ ਤੇ ਮਨੁੱਖ ਵੀ ਉਹਨੇ ਪਿਆਰੇ ਆ। ਪ੍ਰਭੂ ਪ੍ਰਵਾਨ ਹੈ। ਪਰ ਤਰਲੇ ਪਾ ਪਾ ਕੇ ਕਹਿੰਦੇ ਰੱਬਾ ਕਿਰਪਾ ਕਰ ਦੇ, ਜਾਨ ਛੁਡਾ ਦੇ ਸਾਡੀ, ਇਹਨੇ ਤੇ ਸਵਰਗ ਵੀ ਨਰਕ ਬਣਾ ਦਿੱਤਾ। ਇਸ ਬਿਰਦ ਕੀ ਜਬ ਬਿਨਤੀ ਠਾਨੇ, ਭਾਈ ਗगन ਤੇ ਅਮਰਨ ਬਾਨੀ। ਆਖਰਕਾਰ ਫਿਰ ਦੇਵਤਿਆਂ ਦੀ ਪੁਕਾਰ ਸੁਣ ਕੇ ਉਸ ਅਕਾਲ ਪੁਰਖ ਪਰਮਾਤਮਾ ਨੇ ਬ੍ਰਹਿਮੰਡ ਵਿੱਚ ਆਕਾਸ਼ ਬਾਣੀ ਦਿੱਤੀ। ਆਵਾਜ਼ ਕਿਹਦੀ ਆਵਾਜ਼ ਸੀ? ਪਰਮੇਸ਼ਵਰ। ਅੱਜ ਕਿਸੇ ਦੇਵੀ ਦੇਵਤੇ ਦੀ ਆਵਾਜ਼ ਨਹੀਂ, ਕਿਉਂਕਿ ਤੇ ਛੋਟੀਆਂ ਚੀਜ਼ਾਂ ਰਹਿ ਗਈਆਂ। ਉਹਦੇ ਵਰਕਰ ਨੇ ਰੱਬ ਦੇ, ਰੱਬ ਤੇ ਫਿਰ ਰੱਬ ਹੀ ਹੈ। ਕਿਸੇ ਧਰਮ 'ਚ ਚਲੇ ਜਾਓ, ਹਿੰਦੂ ਧਰਮ 'ਚ ਗੱਲ ਕਰ ਲਓ, ਉਹ ਰੱਬ ਦੀ ਗੱਲ ਕਰਦੇ ਆ। ਕ੍ਰਿਸ਼ਨਾ ਕੋਲ ਆ ਜਾਓ, ਇੱਕ ਰੱਬ ਦੀ ਗੱਲ ਕਰਦੇ ਆ। ਮੁਸਲਮਾਨਾਂ ਕੋਲ ਆ ਜਾਓ, ਇੱਕ ਰੱਬ ਦੀ ਗੱਲ ਕਰਦੇ ਆ। ਸਿੱਖਾਂ ਕੋਲ ਆ ਜਾਓ, ਇੱਕ ਰੱਬ ਦੀ ਗੱਲ ਕਰਦੇ ਆ। ਕਿਹੜੇ ਕਿਹੜੇ ਧਰਮ ਦਾ ਮੈਂ ਜ਼ਿਕਰ ਕਰਾਂ, ਰੱਬ ਤੇ ਇੱਕੋ ਹੀ ਹੈ। ਉਹਨੂੰ ਮੰਨਣ ਵਾਲੇ ਤੇ ਮਨਾਉਣ ਵਾਲੇ ਪੈਰੋਕਾਰਾਂ ਦੇ ਤਰੀਕੇ ਅਲੱਗ ਹੋ ਸਕਦੇ ਆ। ਗੋਡਿਸ ਬੰਦੇ ਤੇ ਸਾਰੇ ਕਹਿੰਦੇ ਆ, ਹੈ ਵੀ ਇੱਕ ਦਾ ਕੋਈ ਸ਼ੱਕ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਪਰਮਾਤਮਾ ਨੇ ਦੇਵਤਿਆਂ ਨੂੰ ਸੰਬੋਧਨ ਕੀਤਾ, ਅਮਰਨ ਕਹਿ ਕੇ ਇਹਨਾਂ ਨੂੰ ਆਵਾਜ਼ ਦਿੱਤੀ ਹੈ। ਜਿਨ ਭੈ ਧਰਹੁ ਚਿੰਤ ਕਰ ਹਾਨੀ, ਦੈਤ ਦੁਸ਼ਟਤਾ ਮੈਂ ਸਭ ਜਾਣੀ। ਅਕਾਲ ਪੁਰਖ ਦੇ ਬਚਨ ਪਤਾ ਕੀ ਸੀ? ਕਹਿੰਦੇ ਡਰ ਛੱਡ ਦਿਓ ਤੇ ਚਿੰਤਾ ਖਤਮ ਕਰ ਦਿਓ। ਬੈਠਾ ਮੈਂ ਅਕਾਲ ਪੁਰਖ। ਉਹ ਜਦੋਂ ਸਾਡਾ ਕੋਈ ਆਪਣਾ ਸਾਥੀ ਸਾਨੂੰ ਕਹਿ ਦੇ ਨਾ ਦੁੱਖ ਵਿੱਚ, ਚਿੰਤਾ ਨਾ ਕਰ ਤੇਰੇ ਨਾਲ ਮੈਂ ਆ, ਸੱਚੀ ਜ਼ਿੰਦਗੀ ਦੀ ਇੱਕ ਆਸ ਵੱਧ ਜਾਂਦੀ ਹੈ। ਮਨੁੱਖ ਨੂੰ ਬਹੁਤ ਵੱਡਾ ਹੌਸਲਾ ਮਿਲ ਜਾਂਦਾ। ਕੋਈ ਆਪਣੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਦੁਖੀ ਬੰਦੇ ਨੂੰ, ਤੂੰ ਕਿਉਂ ਚਿੰਤਾ ਕਰਨਾ ਯਾਰ, ਤੇਰੇ ਨਾਲ ਬੈਠੇ ਅਸੀਂ ਆ ਤੇ ਤੇਰੇ ਨਾਲ, ਹੌਸਲਾ ਮਿਲ ਜਾਂਦਾ। ਅਕਾਲ ਪੁਰਖ ਨੇ ਆਵਾਜ਼ ਦੇ ਕੇ ਆਖਿਆ ਚਿੰਤਾ ਨਾ ਕਰੋ, ਬੇਸ਼ੱਕ ਉਹਨੇ ਤਪ ਕਰਕੇ ਵਰ ਲੈ ਲਈ, ਭਗਤੀ ਵੀ ਮੇਰੀ ਕੀਤੀ, ਪਰ ਕਹਿੰਦੇ ਅੱਜ ਉਹ ਆਪਣੀ ਭਗਤੀ ਤੇ ਨਹੀਂ ਖੜਿਆ, ਉਹ ਦੁਸ਼ਟਤਾਈ ਤੇ ਉਤਰ ਆਇਆ ਹੈ, ਹੰਕਾਰ ਚ ਆ ਗਿਆ ਏ। ਕਿਉਂਕਿ ਰੱਬ ਨੂੰ ਹੰਕਾਰ ਨਹੀਂ ਪਾਉਂਦਾ, ਹੰਕਾਰ ਨੂੰ ਕਦੇ ਵੀ ਨਹੀਂ ਪਾਉਂਦਾ। ਸਾਡਾ ਤੁਹਾਡਾ ਏ ਤੇ ਟੁੱਟਿਆ ਜਾ ਹੰਕਾਰ ਏ, ਨਾ ਤਿੰਨਾਂ ਜਣਾ ਤੇਰਾ, ਉਹਨੂੰ ਤੇ ਵੱਡਿਆਂ ਦਾ ਹੰਕਾਰ ਨਹੀਂ ਪਾਉਂਦਾ ਜਿਨ੍ਹਾਂ ਕੋਲ ਕੁਝ ਸੀ। ਸਾਡਾ ਹੰਕਾਰ ਕਾਹਦਾ ਹੈ? ਆ ਛੋਟੀਆਂ ਛੋਟੀਆਂ ਚੀਜ਼ਾਂ ਧਰਤੀ ਦੇ ਟੁਕੜਿਆਂ ਦਾ ਹੀ ਮਾਣ ਕਰੀ ਫਿਰਦੇ ਆ। ਉਹ ਜਿਨ੍ਹਾਂ ਕੋਲ ਏਡੇ ਰਾਜ ਭਾਗ ਆਏ, ਰੱਬ ਨੂੰ ਤੇ ਉਹਨਾਂ ਦਾ ਹੰਕਾਰ ਨਹੀਂ ਚੰਗਾ ਲੱਗਾ ਵੀ ਮੇਰਾ ਦਿੱਤਾ ਸਾਰਾ ਕੁਝ, ਸ਼ੁਕਰ ਨਹੀਂ ਕਰਦੇ, ਪ੍ਰਜਾ ਨੂੰ ਸੁੱਖ ਨਹੀਂ ਦੇ ਰਹੇ, ਇਹਦੇ ਕਹਿੰਦਾ ਮੈਂ ਹੀ ਕੀਤਾ। ਵਾਹਿਗੁਰੂ ਕਹਿਣ ਲੱਗੇ ਅਕਾਲ ਪੁਰਖ ਜੀ ਦੇਵਤਿਆਂ, ਚਿੰਤਾ ਨਾ ਕਰੋ, ਬੰਦਗੀ ਕਰੋ, ਸਿਮਰਨ ਕਰੋ, ਆਪਣਾ ਧਿਆਨ ਰੱਖੋ। ਕਹਿੰਦੇ ਉਸ ਦੁਸ਼ਟ ਨੂੰ ਮਾਰਨ ਵਾਸਤੇ ਤੁਹਾਨੂੰ ਜ਼ਰੂਰਤ ਨਹੀਂ ਪੈਣੀ। ਉਹਨੇ ਹੰਕਾਰ ਕਰਕੇ ਏਡਾ ਪਾਪ ਕਰ ਲਿਆ, ਏਡੀ ਦੁਸ਼ਟਤਾਈ ਕਰ ਲਈ, ਉਹ ਕਿਸੇ ਭਗਤ ਪਿਆਰੇ ਨੂੰ ਵੀ ਨਹੀਂ ਬਖਸ਼ਦਾ। ਜਦੋਂ ਬੰਦਾ ਹੰਕਾਰ ਵਿੱਚ ਆਉਂਦਾ ਨਾ, ਉਹਦੀ ਮਰਨ ਦੀ ਨਿਸ਼ਾਨੀ ਕੀ ਹੈ? ਉਹ ਧਰਮ ਨੂੰ ਤੇ ਧਰਮੀ ਲੋਕਾਂ ਨੂੰ ਟੌਰਚਰ ਕਰੇਗਾ, ਗਾਲਾਂ ਕੱਢੇਗਾ, ਨਿੰਦਿਆ ਕਰੇਗਾ। ਸਮਝ ਲਓ ਉਹਦੇ ਮਾੜੇ ਦਿਨ ਸ਼ੁਰੂ ਹੋ ਗਏ। ਬਾਣੀ ਕੀ ਲਿਖਦੀ? ਸੰਤਾਂ ਨਾਲ ਵੈਰ ਤਮਾਮ ਤੇ ਦੋਸਤਾਂ ਨਾਲ ਮੋਹ ਪਿਆਰ, ਆਗੇ ਪਾਛੈ ਸੁਖ ਨਹੀਂ, ਮਰ ਜਨਮੈ ਬਾਰੋ ਬਾਰ। ਜਦ ਜਦ ਕੋਈ ਧਰਮ ਦੇ ਵਿਰੁੱਧ ਬੋਲਦਾ ਤੇ ਧਰਮੀ ਲੋਕਾਂ ਦੇ ਬਾਰੇ ਮਾੜਾ ਬੋਲਦਾ ਨਾ, ਸਮਝ ਲਓ ਉਹ ਰੱਬ ਦਾ ਸ਼ਰੀਕ ਬਣ ਜਾਂਦਾ, ਉਹਦੀ ਨਜ਼ਰ ਤੇ ਸਿੱਧਾ ਹੀ ਆ।
परमेश्वर जी कहते तुसी चिंता ना करो, ये चिंतन मेरा है, मैं ही साधिया है, मैं ही मिटा देना है। सो देश को है शुभ साधु, कर विरोध ते बिन अपराधो। ब्रह्मा जी रो पए अज दुनिया बनाउण वाले, कहंदे रब्बा मेरेया मैं ते दुनिया साजदा साजदा भी इस तरीके जाके फस गया, मैनू ते समझ ही नहीं आउंदी मैं की कर, तुसी बचा लो। रोए ब्रह्मा, शिव जी रोए, विष्णु रोए रब अगे। अकाल पुरख पता की कहंदे, कहंदे तुसी चिंता ना करो, कहंदे सानू ते चिंता तां है जी, ना कोई देवता मार सकदा, ना बंदा मार सकदा, ना राक्षस मार सकदा, ना हथियार मारे, ना पानी अंदर मारे कोई, ना आसमान ते मारे, ना पत्थर मारे, ना जहर मारे, ना जीव जंतु मारे, करिए की? अकाल पुरख पता की कहंदे इहनू मारन वास्ते मैं अपना रूप इहदे घर विच प्रगट करांगा। आखो सतनाम। अपना ओके भगत प्रहलाद दे रूप विच परमेश्वर आप आउंदे आ। ਉਹ ਰੱਬ ਤੇ ਰੱਬ ਦੇ ਭਗਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਕੋਈ ਫਰਕ ਨਹੀਂ, ਉਹਦੇ ਵਰਗੇ ਹੀ ਹੁੰਦੇ ਆ। ਕਿਉਂਕਿ ਜਿਹੜਾ ਬੰਦਾ ਹੰਕਾਰਿਆ ਹੋਇਆ ਨਾ, ਉਹਦੇ ਸਾਹਮਣੇ ਜਿਹੜਾ ਮਰਜ਼ੀ ਆ ਜੇ ਉਹਨੂੰ ਬੰਦਾ ਹੀ ਨਹੀਂ ਦਿਸਦਾ, ਉਹ ਐਡੇ ਨਸ਼ੇ 'ਚ ਹੁੰਦਾ ਏ, ਉਹ ਕਹਿੰਦਾ ਮੈਂ ਕਿਸੇ ਦਾ ਕੀ ਦੇਣਾ, ਮੈਨੂੰ ਕੋਈ ਕੀ ਦਿਸਦਾ। ਤੇ ਜਿਹਨੂੰ ਦੁਨੀਆ ਦੇ ਵੱਡੇ ਵੱਡੇ ਦੈਂਤ ਦੇਵਤੇ ਦਿਸਦੇ ਨਹੀਂ, ਉਹਨੂੰ ਆਪਣਾ ਪੁੱਤ ਦਿਸੂਗਾ। ਰੱਬ ਜੀ ਕਹਿੰਦੇ ਚਿੰਤਾ ਨਾ ਕਰੋ, ਮੈਂ ਆਪਣਾ ਭਗਤ ਭੇਜਾਂਗਾ ਉਹਦੇ ਘਰ, ਉਹਦੇ ਘਰ ਹੋਏਗਾ, ਭਾਵੇਂ ਉਹ ਰਾਖਸ਼ ਹੈ ਵਿਅਕਤੀ ਕਰਕੇ, ਐਸਾ ਮੈਂ ਆਪਣਾ ਪੁੱਤਰ ਉਹਦੇ ਘਰ ਤੋਰਾਂਗਾ, ਉਹਦੇ ਵਿਨਾਸ਼ ਤੇ ਅੰਤ ਦਾ ਕਾਰਨ ਬਣ ਜਾਏਗਾ। ਆਖੋ ਸਤਨਾਮ। ਅੰਤ ਦਾ ਸੁਣ ਕੇ ਨਾ ਦੇਵਤੇ ਭੁੱਖਾ ਮਾਰ ਕੇ ਕਹਿੰਦੇ ਵਾਹਿਗੁਰੂ ਇੱਕ ਤੇਰਾ ਹੀ ਸਹਾਰਾ ਹੈ, ਤੇਰੇ ਬਿਨਾ ਕੋਈ ਆਸ ਨਹੀਂ ਦਿਸਦੀ। ਅਬ ਮੈਂ ਪ੍ਰਗਟ ਹੋਈ ਜਗ ਮਾਹੀ, ਤੂਰ ਨਿਹਨੋ ਨਾ ਛੱਡੂੰ ਤਾਹੀ। ਪਰ ਦੇਵਤਿਆਂ ਦੀ ਭਗਤੀ ਬਹੁਤ ਆ, ਪੁੱਛਦੇ ਆ ਪਰਮਾਤਮਾ ਜੀ ਨੂੰ, ਕਹਿੰਦੇ ਕਿੰਨਾ ਕੁ ਸਮਾਂ ਲੱਗੇਗਾ ਜੀ, ਹਜ਼ਾਰਾਂ ਸਾਲ ਤੇ ਹੋ ਗਏ ਇਹਨੂੰ ਸਾਡੇ ਤੇ ਰਾਜ ਕਰਦੇ ਆ, ਹੁਣ ਕਿੰਨਾ ਕੁ ਸਮਾਂ। ਰੱਬ ਜੀ ਕਹਿੰਦੇ ਕੋਈ ਬਹੁਤਾ ਸਮਾਂ ਨਹੀਂ, ਕੁਝ ਸਾਲ, ਸਿਰਫ ਕੁਝ ਸਾਲ ਕੱਟ ਲਓ। ਕਹਿੰਦੇ ਫਿਰ ਆਪ ਜੀ ਕਦੋਂ ਆਓਗੇ? ਦੁਨੀਆ ਤੇ ਮਾਰਨ ਵਾਲੀ ਤੇ ਕੋਈ ਚੀਜ਼ ਹੀ ਨਹੀਂ ਬਣੀ, ਉਹਨੇ ਕਹਿ ਦਿੱਤਾ ਵੀ ਜਿੱਥੇ ਤੱਕ ਬ੍ਰਹਮੇ ਦੀ ਬਣੀ ਸ੍ਰਿਸ਼ਟੀ ਆ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ। ਹੁਣ ਅਕਾਲ ਪੁਰਖ ਪਰਮਾਤਮਾ ਬ੍ਰਹਮੇ ਦੀ ਸ੍ਰਿਸ਼ਟੀ ਵਿੱਚ ਨਹੀਂ ਆਉਂਦੇ, ਯਾਦ ਰੱਖਿਓ, ਉਹ ਸ੍ਰਿਸ਼ਟੀ ਦਾ ਮਾਲਕ ਹੈ, ਉਹ ਕਿਸੇ ਮੌਤ ਦੇ ਵਸ ਨਹੀਂ, ਉਹ ਨਿਰਾਕਾਰ ਹੈ, ਅਕਾਲ ਹੈ, ਉਹ ਤੇ ਕੋਈ ਸਮਾਂ ਵੀ ਨਹੀਂ ਹੈ, ਕੋਈ ਵਕਤ ਵੀ ਭਾਰੂ ਨਹੀਂ ਹੈ। ਪਰਮੇਸ਼ਵਰ ਜੀ ਨੇ ਕਹਿ ਦਿੱਤਾ, ਕਹਿੰਦੇ ਇਹਦਾ ਪੁੱਤਰ ਮੈਨੂੰ ਚੇਤੇ ਕਰੇਗਾ ਜਦ ਇਹ ਆਪਣੇ ਪੁੱਤ ਨੂੰ ਦੁੱਖ ਦਊ ਨਾ, ਧਰਮੀ ਪੁਰਸ਼ ਨੂੰ। ਪਰਮੇਸ਼ਵਰ ਕਹਿੰਦੇ ਫਿਰ ਮੈਂ ਆਪ ਆਵਾਂਗਾ, ਜੋ ਜੋ ਤੇਰੀ ਭਗਤ ਦੁਖਾਏ ਉਹ ਤਤਕਾਲ ਤੁਮ ਵਾਰਾ। ਜਦ ਜਦ ਨਾਮ ਜਪਣ ਵਾਲੇ, ਭਗਤੀ ਕਰਨ ਵਾਲਿਆਂ ਨੂੰ ਕਿਸੇ ਨੇ ਦੁਖੀ ਕੀਤਾ ਨਾ, ਰੱਬ ਜੀ ਨੇ ਇੱਕ ਪਲ ਚ ਝਟਕਾਤਾ, ਬਹੁਤੀ ਦੇਰ ਨਾ ਪਾਈ। ਸੁਣ ਕਰ ਅਮਰ ਗਗਨ ਕੀ ਬਾਣੀ, ਸਿਰ ਨਿਵਾਏ ਕਰ ਬੰਦਨ ਠਾਨੀ। 33 ਕਰੋੜ ਦੇਵੀ ਦੇਵਤਿਆਂ ਨੇ ਆਕਾਸ਼ਬਾਣੀ ਸੁਣੀ ਹੈ, ਨਮਸਕਾਰ ਕਰਕੇ ਆਪਣੀ ਆਪਣੀ ਪੁਰੀ ਨੂੰ ਤੁਰਿਆ ਏ। ਪਰ ਹੁਣ ਹਿਰਣਕਸ਼ਪ ਬੜਾ ਹੈਰਾਨ ਹੋਇਆ ਵੀ ਦੇਵਤੇ ਡਰਦੇ ਕਿਉਂ ਨਹੀਂ ਮੇਰੇ ਤੋਂ, ਵੀ ਚੁੱਪ ਕਿਉਂ ਰਹਿੰਦੇ ਆ, ਘਬਰਾਉਂਦੇ ਕਿਉਂ ਨਹੀਂ, ਪ੍ਰਵਾਹ ਕਿਉਂ ਨਹੀਂ ਕਰਦੇ? ਕਿਉਂਕਿ ਉਸ ਅਕਾਲ ਪੁਰਖ ਨੇ ਸਾਥ ਦੇ ਦਿੱਤਾ, ਜਿਸ ਦਾ ਸਾਹਿਬ ਦਾਤਾ ਹੋਏ ਤਿਸ ਨੂੰ ਮਾਰ ਨਾ ਸਕੇ। ਪਰਮਾਤਮਾ ਜੀ ਦੇ ਹੱਕ ਵਿੱਚ ਪੱਖ ਵਿੱਚ ਖੜ, ਜਿਹਨੂੰ ਮਾਰਨਾ ਕਿਹਨੇ, ਉਹਨੂੰ ਡਰ ਕਿਹਦਾ? ਉਹ ਅਲੱਗ ਗੱਲ ਹੈ, ਸਾਨੂੰ ਰੱਬ ਤੇ ਭਰੋਸਾ ਨਹੀਂ, ਸਾਨੂੰ ਬੰਦਿਆਂ ਤੋਂ ਡਰ ਲੱਗੀ ਜਾਂਦਾ ਵੀ ਆਹ ਬੰਦਾ ਮੇਰਾ ਨਾ ਕਰਦੇ। ਕੋਈ ਕਿਸੇ ਦਾ ਕੁਝ ਨਹੀਂ ਕਰ ਸਕਦਾ, ਨਾ ਹੀ ਇੰਨੀ ਕਿਸੇ ਦੀ ਔਕਾਤ ਹੈ ਕੋਈ ਕਿਸੇ ਦਾ ਕੁਝ ਸਵਾਰ ਸਕੇ, ਵਿਗਾੜ ਸਕੇ। ਜਿਹਦਾ ਰੱਬ ਨੇ ਲਿਖਤਾ ਨਾ, ਉਹਦਾ ਭਲਾ ਵੀ ਕੋਈ ਨਹੀਂ ਕਰ ਸਕਦਾ, ਜਿਹਦਾ ਬੁਰਾ ਉਹਨੇ ਲਿਖਤਾ, ਤੇ ਜਿਹਦਾ ਭਲਾ ਉਹਨੇ ਕਰਤਾ ਉਹਦੇ ਕੋਈ ਨੇੜੇ ਵੀ ਨਹੀਂ ਰੁਕ ਸਕਦਾ। ਦੁਨੀਆ ਦੇ ਵਿੱਚ ਬਹੁਤ ਕੁਝ ਐਸਾ ਹੁੰਦਾ। ਹੁਣ ਦੇਵਤਿਆਂ ਨੂੰ ਖੁਸ਼ੀ ਹੋ ਗਈ ਵੀ ਰੱਬ ਸਾਡੇ ਨਾਲ ਹੈ, ਵਾਹਿਗੁਰੂ ਸਾਡੇ ਨਾਲ ਹੈ। ਇਹਨੂੰ ਬਾਣੀ ਨੇ ਕੀ ਸਮਝਾਇਆ? ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਸਿੱਖਾ ਅਕਾਲ ਪੁਰਖ ਸਦਾ ਤੇਰੇ ਅੰਗ ਸੰਗ ਹੈ, ਮਨ ਤੇ ਲਿਆ ਕਰ ਕਦੇ, ਕਦੇ ਮਨ ਤੇ ਸਹੀ ਫੀਲ ਤੇ ਕਰਕੇ ਵੇਖੋ, ਸਦਾ ਤੇਰੇ ਨਾਲ ਹੈ।
ਜਦੋਂ ਦੇਵਤਿਆਂ ਨੇ ਮੰਨ ਲਿਆ ਵਾਹਿਗੁਰੂ ਸਾਡੇ ਅੰਗ ਸੰਗ ਹੈ, ਹੌਸਲਾ ਹੋ ਗਿਆ, ਡਰ ਹੀ ਕੋਈ ਨਹੀਂ ਹੁਣ ਹਰਨਾਕਸ਼ ਦਾ। ਪਰ ਹਿਰਣਕਸ਼ਪ ਇਹ ਸੁਣ ਸੁਣ ਕੇ ਸੋਚ ਹੈਰਾਨ ਹੈ ਵੀ ਇਹ ਡਰਦੇ ਕਿਉਂ ਨਹੀਂ ਮੇਰੇ, ਬੇਪਰਵਾਹ ਕਿਉਂ ਰਹਿਣ ਲੱਗ ਪਏ। ਦੋਹਰਾ ਨਿਜ ਨਿਜ ਗਏ ਸਥਾਨ ਤਬ ਧਰ ਨਿਸ਼ਚੈ ਮਨ ਮਾਹੀ ਜਾਣਿਓ ਹਨ ਹੈ ਦੇਤ ਅਬ ਕਸ਼ਟ ਨਸ਼ਟ ਹੈ ਵਿਜਾਹੀ। ਦੇਵੀ ਦੇਵਤੇ ਬੇਪਰਵਾਹ ਹੋ ਕੇ ਦੀ ਭਗਤੀ ਅਕਾਲ ਪੁਰਖ ਪਰਮਾਤਮਾ ਦੀ ਕਰਨ ਲੱਗ ਪਏ। ਰੱਬ 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 ਕਰਦੇ ਆ, ਰਾਮ ਰਾਮ ਜਪਦੇ ਆ, ਪਰਮੇਸ਼ਵਰ ਪਰਮੇਸ਼ਵਰ ਕਰਦੇ ਆ, ਸਤ ਕਰਤਾਰ ਜਪਦੇ ਆ। ਕਹਿੰਦੇ ਦੇਵਤਿਆਂ ਤੋਂ ਥੋੜਾ ਜਿਹਾ ਧਿਆਨ ਹਟਾਇਆ ਹਰਨਾਕਸ਼ ਨੇ। ਉਹ ਸੋਚਦਾ ਤੇ ਮੇਰੇ ਗੁਲਾਮ ਨੇ ਕਦੇ ਨਿਕਲ ਹੀ ਨਹੀਂ ਸਕਦੇ, ਇਹ ਮੇਰਾ ਕੀ ਕਰ ਸਕਦੇ। ਧਿਆਨ ਹਟਾ ਲਿਆ, ਪਰ ਦੇਵਤਿਆਂ ਨੂੰ ਮੌਕਾ ਮਿਲ ਗਿਆ ਰੱਬ ਨੂੰ ਜਪਣ ਦਾ। ਹੁਣ ਨਾਮ ਜਪਣ ਵਾਲਾ ਕੋਈ ਵੀ ਹੋਵੇ, ਵਾਹਿਗੁਰੂ ਸਦਾ ਹੀ ਅੰਗ ਸੰਗ ਰਹਿੰਦਾ ਹੈ, ਪੱਖ ਪੂਰਦਾ ਹੈ, ਸਭ ਦਾ ਪੂਰਦਾ ਜੀ। ਉਹ ਚਾਹੇ ਸਾਡਾ ਦੁਸ਼ਮਣ ਹੈ, ਕੋਈ ਸਾਡਾ ਵੈਰੀ ਹੈ, ਚਾਹੇ ਕੋਈ ਹੋਰ ਧਰਮ ਹੈ, ਮਜ਼ਹਬ ਹੈ, ਜਾਤ ਹੈ, ਕਿਤੋਂ ਵੀ ਹੈ, ਜਿਹਨੇ ਜਿਹਨੇ ਨਾਮ ਜਪਿਆ ਨਾ ਵਾਹਿਗੁਰੂ ਸਾਰਿਆਂ ਦਾ ਹੀ ਹੈ। ਆਖਰਕਾਰ ਹਿਰਣਕਸ਼ਪ ਨੂੰ ਮਾਣ ਹੋਇਆ। ਰਾਖਸ਼ ਕਹਿਣ ਲੱਗੇ, ਕਹਿੰਦੇ ਰਾਜਨ ਇਹਨਾਂ ਦੇਵਤਿਆਂ ਦੀ ਇੰਨੀ ਹੁਣ ਔਕਾਤ ਨਹੀਂ ਵੀ ਇਹ ਸਾਡੇ ਅੱਗੇ ਬੋਲਣੇ ਤੇ ਗੁਲਾਮ ਨੇ, ਚਲੋ ਆਪਾਂ ਧਰਤੀ ਤੇ ਚੱਲਦੇ ਹਾਂ। ਪਰਜਾ ਤੇ ਪਰਜਾ ਹੀ ਹੈ, ਉਹ ਕੀ ਕਰੂਗੀ? ਕਿਉਂਕਿ ਉਹਨੂੰ ਪਤਾ ਮੈਨੂੰ ਮਾਰਨ ਵਾਲਾ ਹਥਿਆਰ ਨਹੀਂ ਬਣਿਆ, ਦੇਵਤਾ ਨਹੀਂ ਬਣਿਆ, ਮਨੁੱਖ ਨਹੀਂ ਬਣਿਆ ਕੋਈ, ਤੇ ਬ੍ਰਹਮਾ ਜੀ ਦਾ ਵਰ ਹੈ। ਕਹਿੰਦੇ ਇੰਨੇ ਬੋਲ ਕਹਿ ਕੇ, ਬਚਨ ਕਹਿ ਕੇ, ਧਮਕੀਆਂ ਦੇ ਕੇ ਸਵਰਗਾਂ ਦੇ ਦੇਵਤਿਆਂ ਨੂੰ ਧਰਤੀ ਤੇ ਆ ਗਿਆ ਜੀ ਹਿਰਣਕਸ਼ਪ। ਇੱਥੇ ਆਇਆ, ਇੱਥੇ ਹਾਹਾਕਾਰ ਮਚਾ ਦਿੱਤੀ। ਦੋਹਰਾ ਸ਼੍ਰੀ ਗੁਰ ਪਗ ਸੋਭਾ ਬਿਮਲ ਕਰ ਔਰ ਕੋਲੰਕਾਰ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਆਖਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਅਲੰਕਾਰ ਨੂੰ ਮੈਂ ਨਮਸਕਾਰ ਕਰਦਾ, ਜਿਨ੍ਹਾਂ ਦੀ ਐਡੀ ਵੱਡੀ ਪਾਵਰ ਹੈ। ਆਪ ਪਰਮੇਸ਼ਵਰ ਨੇ, ਆਪ ਪਰਮਾਤਮਾ ਨੇ ਭਗਤ ਪ੍ਰਹਿਲਾਦ ਜੀ ਜਿਨ੍ਹਾਂ ਕੋਲ ਬਹਿ ਕੇ ਆਪਣੀ ਆਤਮ ਕਥਾ ਸੁਣਾ ਰਹੇ ਨੇ। ਕਹਿੰਦੇ ਉਸ ਗੁਰੂ ਨੂੰ ਮੈਂ ਸਦਾ ਨਮਸਕਾਰ ਕਰਾਂ। ਐਸੇ ਗੁਰੂ ਕੋ ਬਲ ਬਲ ਜਾਈਏ ਆਪ ਭੁਗਤ ਮੋਹਿ ਤਾਰੇ। ਕਹਿੰਦੇ ਮੇਰੀ ਬੰਦਨਾ ਹੈ, ਮੇਰਾ ਸੀਸ ਝੁਕਦਾ ਏ। ਸ਼ੁਭ ਸੁੰਦਰਤਾ ਪਾਏ ਹੈ ਦਵੈ ਲੋਕਨ ਸਤਕਾਰ। ਜਿਨ੍ਹਾਂ ਜਿਨ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਪਿਆ, ਕਹਿੰਦੇ ਉਹ ਅੰਦਰੋਂ ਸੁੰਦਰ ਸੋਹਣੇ ਹੋਵੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਰਹਿਣੇ। ਕਹਿੰਦੇ ਉਹ ਅੰਦਰੋਂ ਸੋਹਣੇ ਹੋ ਗਏ, ਦੋਨੇ ਲੋਕਾਂ ਵਿੱਚ ਸੁਖੀ ਨੇ। ਸੋਹਣਾ ਕੌਣ ਹੈ? ਬਾਹਰ ਦਾ ਸੁਹੱਪਣ ਕਿਸੇ ਕੰਮ ਦਾ ਨਹੀਂ, ਮਨ ਸੋਹਣਾ ਹੋਣਾ ਚਾਹੀਦਾ ਹੈ, ਦਿਲ ਸੋਹਣਾ ਹੋਣਾ ਚਾਹੀਦਾ ਹੈ। ਮਨਾਂ 'ਚ ਤੇ ਸਾਡੇ ਕਾਰਖਾਨੇ, ਬਾਹਰੋਂ ਚਿਹਰੇ ਚਮਕਾਈ ਫਿਰਦੇ, ਉਹਦਾ ਕੀ ਫਾਇਦਾ? ਗੁਰੂ ਨੇ ਤੇ ਮਨ ਸੋਹਣਾ ਕਰਨਾ ਹੈ। ਕਹਿੰਦੇ ਜਿਹਦਾ ਮਨ ਸੁੰਦਰ ਹੋਇਆ, ਗੁਰੂ ਨਾਨਕ ਉਸ ਮਨ ਵਿੱਚ ਵਸਦੇ ਨੇ। ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਆ, ਕਿਉਂਕਿ ਇਸ ਪ੍ਰਸੰਗ ਵਿੱਚ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਹੋਣਾ ਹੈ। ਇਹ ਆਪ ਨੂੰ ਕਥਾ ਸੁਣਾ ਰਹੇ ਨੇ। 3 ਤੋਂ 4 ਪ੍ਰਸੰਗ ਨੇ ਭਗਤ ਪ੍ਰਹਿਲਾਦ ਜੀ ਦੇ, ਜਿਹਦੀ ਪਹਿਲੀ ਵਾਰ ਆਪ ਜੀ ਨੇ ਸੁਣ ਲਈ। ਹਿਰਣਕਸ਼ਪ ਨੇ ਤਪ ਕਿਉਂ ਕੀਤਾ ਉਹ ਵੀ ਸੁਣ ਲਿਆ। ਤਪ ਕਰਕੇ ਕਿਹੜੇ ਕਿਹੜੇ ਵਰ ਲਏ, ਉਹਨੇ ਕਿਉਂ ਲਏ, ਉਹ ਵੀ ਆਪ ਜੀ ਨੇ ਸਰਵਣ ਕਰ ਲਿਆ। ਫਿਰ ਵਰ ਲੈ ਕੇ ਉਹਨੇ ਕੀ ਕੀ ਕਰਤੂਤਾਂ ਕੀਤੀਆਂ, ਕਿੱਥੇ ਤੱਕ ਆਪਣੀ ਪਾਵਰ ਹਿੱਟ ਕੀਤੀ, ਉਹ ਵੀ ਸੁਣ ਲਿਆ। ਹੁਣ ਅਕਾਲ ਪੁਰਖ ਦੇ ਬਚਨ ਨੇ, ਕਹਿੰਦੇ ਮੈਂ ਆਪਣਾ ਪਿਆਰਾ ਉਹਦੇ ਘਰੇ ਭੇਜਣਾ, ਕਿਉਂਕਿ ਮੈਂ ਹੀ ਸਾਜਿਆ, ਮੈਂ ਹੀ ਥਾਪਿਆ, ਮੈਂ ਹੀ ਵਿਨਾਸ਼ ਕਰਾਂਗਾ। ਸ੍ਰੀ ਬਲ ਸੰਧਰ ਵਾਚ ਚੋਪਈ ਸੁਣੋ ਗੁਰੂ ਅੰਗਦ ਸੁਖ ਰਸ ਪੁਨ ਪ੍ਰਹਿਲਾਦ ਕਹਿਤ ਇਤਿਹਾਸ। ਫਿਰ ਉਸ ਵੇਲੇ ਭਾਈ ਬਾਲਾ ਜੀ ਸੁਣਾਉਂਦੇ ਆ, ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਅੱਗੇ ਸੁਣੋ। ਉਸ ਹਿਮਾਲਿਆ ਪਰਬਤ ਦੀ ਚੋਟੀ ਤੇ ਬੈਠ ਕੇ ਉਸ ਸੁਰਤ ਮੰਡਲ ਵਿੱਚ ਭਗਤ ਪ੍ਰਹਿਲਾਦ ਜੀ ਨੇ ਆਪਣੇ ਜਨਮ ਦਾ ਅਵਤਾਰ ਦਾ ਕਾਰਨ ਦੱਸਿਆ। ਇਹ ਨਿਮਿਤ ਅਵਤਾਰ ਨੇ। 5 ਪ੍ਰਕਾਰ ਦੇ ਅਵਤਾਰ ਧਰਤੀ ਤੇ ਆਉਂਦੇ, ਨਿਤ ਅਵਤਾਰ, ਨਿਮਿਤ ਅਵਤਾਰ, ਕਾਰਨੇ ਅਵਤਾਰ, ਕਈ ਤਰ੍ਹਾਂ ਦੇ ਅਵਤਾਰ। ਨਿਮਿਤ ਅਵਤਾਰ ਸੀ ਭਾਵ ਕਿਸੇ ਕਾਰਨ ਆਉਣ ਲੱਗੇ। ਕਾਰਨ ਕੀ ਸੀ ਉਹਨਾਂ ਦਾ?
हरनाक्ष का बंद करना जिस पापी ने अत्याचार किया, क्योंकि सुभाविक गल है जद जद कोई हंकार करता है, हंकार की चोटी ते चढ़ता ना, दुनिया जद उस बंदे का कुछ नहीं बिगाड़ सकती, रब अकाल पुरख उहदे परिवार चों ही किसी नूं खड़ा करदा भी करदे जी लो आखो सतनाम। इत्थे ही हो रहा है। रावण नूं किहने मारिया जी? राम ने। क्यों मारिया? जे भीखण खड़ा ना होंदा ते रामचंद्र की कर सकदे सी? घर ते भेती नहीं लगा ढाईए। अकाल पुरख परमात्मा ने हुक्म कीता है, दस दिता कि इहदे घर दे विच मैं सन ला देनी। क्यों लगी? हरनाक्ष आप पापी सी, ओदी पत्नी सी ना जिहड़ी प्रहलाद जी दी माता, अगे जिक्र आ जाना है, वो महापुरख सी, बंदगी वाली कुख सी, पिता भावे राक्षस, क्योंकि जेहो जी मां होएगी ओहो जी औलाद होएगी। आखो सतनाम। ये सच है, बाणी ने मनिया है गल। मैं अगे भी बेनती करदा हुंदा, क्योंकि मां का ही प्रभाव बच्चियां ते पैंदा, प्यो दा नहीं। इसे करके ना यूरोप के देशों में जाओगे, उत्थे बाप नूं कोई नहीं पुछदा, पुछ लो बाहर वाले, प्यो नूं कोई नहीं पुछदा, मां का सरनेम ही लगदा भी किहदा मुंडा है, पता करियो किते। ये भारतीय साडा, इत्थे मां की इज्जत कोई नहीं, बापू जिंदाबाद होया। विदेशों के विच पासपोर्ट ते भी मां का नाम अगे होंदा है, मां का। मां की मर्जी तुसीं वेखदे हो ना, मां अपनी मर्जी नाल छड्ड दिंदी अपना पति, ते बच्चे फिर वो अपने प्यो नूं नां लैके कहदे हैं जैग जैग, कोई कुछ कहंदा कोई कुछ कहंदा। वो कहते नहीं, साडी मां ही साडा प्यो है, साडी मां ही साडा रब है। पर अपने हिसाब किताब होर तरह ना थोड़ा जिहा। हुण मां दा प्रभाव पैंदा, गोरे देखो साडे तो किन्ने एडवांस, उन्हां नूं पता है मां ने पेट 'च बच्चा रखिया 9 महीने, मां ने परवरिश कीती है, मां ने पालिया है, फिर बच्चा मां दा नहीं होया ते किहदा होया? मां दा बनिया जांदा है। जद मां दा प्रभाव धी पुੱਤ ते पैंदा है, जद जद वेखिया भावे ध्रुव जी दी कथा अगे जाके आ जानी है, प्रहलाद जी तो बाद इत्थे मां दा ही प्रभाव पुੱਤ ने उठे है। जो मां बचपन विच बच्चे नूं सिखाएगी करेगी, जो देखणगे ओह ही करनगे। अकाल पुरख जी ने कह दिता, कहंदे उस भगत नूं जन्म देण वास्ते मैं कुख बनाई हुई है, क्योंकि मां भगत नहीं है, तां ही होगा ना। हुण जे मां ही शैतान विरती वाली होवे ते बच्चा उठ के बंदगी किवें कर लू जी? कर सकदा? लाओगे भी उन्हें कहना नहीं मैथों ये काम नहीं होना, मैं तू आ कराओ, मैनू आ डांस सिखाओ, मैनू आ चीज सिखाओ, वो पाठ नहीं कर सकता, ध्यान नहीं जा सकता। दीन दुनिया के मालक ने जो ये वचन देवतियां दे ताई कह दिते ना, कि देवते उस आस से बैठे आ, एक दिन जरूर आएगा। कहते भगत प्रहलाद जी सानू वो कथा सुनाउण लगे, कहते पातशाह जी अगे सुनो, जिवें अकाल पुरख जी आप वरतदे रहे। मुझ समेत जन्मे सुत चारा, कंचन वपपा हरख अपारा। भगत प्रहलाद आखन लगे पातशाह मेरे पिता दे घर ते मेरी मां दी कुख तो मेरे तो पहला 3 पुत्तां ने जन्म लिया। ਆਪਾਂ ਜ਼ਿਆਦਾਤਰ ਹੀ ਸੁਣਿਆ ਵੀ ਭਗਤ ਪ੍ਰਹਿਲਾਦ ਇਕਲੌਤਾ ਸੀ, 3 ਭਰਾ ਵੱਡੇ ਸੀ, ਇਹ ਛੋਟੇ ਸੀ। ਛੋਟਾ ਬੱਚਾ ਸੁਭਾਵਿਕ ਹੈ, ਜਿੱਦਣ ਘਰੇ ਇੱਕ ਬੱਚਾ ਛੋਟਾ ਆ ਜੇ ਨਾ, ਵੱਡਾ ਉਸੇ ਦਿਨ ਜ਼ੀਰੋ ਹੋ ਜਾਂਦਾ ਹੈ, ਕੋਈ ਨਹੀਂ ਪੁੱਛਦਾ। ਮਾਂ ਵੀ ਛੋਟੇ ਨੂੰ ਹੀ ਪਿਆਰ ਕਰੂਗੀ, ਉਹਨੂੰ ਲਾਡ ਲੜਾਊਗੀ, ਆਖੂ ਮੇਰਾ ਹੀਰੂ ਆ, ਮੇਰਾ ਹੀਰਾ, ਮੇਰਾ ਫਲਾਣਾ ਫਲਾਣਾ, ਤੇ ਵੱਡਾ ਮੂੰਹ ਕਣੀ ਵੇਖਦਾ ਕਹਿੰਦਾ ਯਾਰ ਆਪਾਂ ਤਾਂ ਕਿਸੇ ਕੰਮ ਦੇ ਨਹੀਂ। कोई चीज होवे करे, मां ने छोटे ने संभाल के रखनी है, यही प्यारा हो, क्योंकि वो घट बोलता है, छोटा है, इन्ना मच्योर नहीं होया, बड़ा शरारतां करके चंगा नहीं लगता। भगत प्रहलाद कहते पहला बड़ा पुत प्यारा सी, फिर दूजा, फिर तीजा पिता। कहते अकाल पुरख की कृपा हुई, मैनू उस मां की कुख मिल गई। कई जन्मां तो मैं उड़ीकदा सी मैनू ऐसी मां कोई मिले, ऐसी कुख मिले जिहदे पेट तो मैं जन्म लगा। क्योंकि अज भी भगती वालियां नूं ना कलयुग दे विच वो कुखां नहीं मिलदियां भी मावां दी बंदगी होवे ते कोई बंदगी वाला जमे। इत्थे की हो रहा है, मैं अपने कोलों कुछ नहीं कहना, मर्द नूं पुछ लो। कली अंदर नानका जिन्ना दा अवतार, पुत जरूरा धी जरूरी, जोरू जिन्ना दा सरदार। जोरू नाम की औरत दा,
ਸਤਿਗੁਰ ਕਹਿੰਦੇ ਕਲਯੁਗ ਦੇ ਵਿੱਚ ਭੂਤਨੀਆਂ ਨੇ ਭੂਤ ਹੀ ਜੰਮਣੇ ਆ, ਸਤਿਨਾਮ। ਪ੍ਰੇਤਨੀਆਂ ਨੇ ਪ੍ਰੇਤ ਹੀ ਜੰਮਣੇ ਆ। ਇਸ ਕਰਕੇ ਬੰਦਗੀ ਵਾਲੇ ਘੱਟ ਮਿਲਣਗੇ, ਕਿਉਂਕਿ ਕੋਖੀ ਹੈ ਨਹੀਂ। ਉਹ ਕਿਹੜੀ ਮਾਂ ਦੀ ਅੱਜ ਕੋਈ ਵਿਰਲੇ ਹੋਣੀ ਜੀ ਤੇ ਗੁਰੂ ਦੀ ਕਿਰਪਾ ਹੈ, ਕਿਸੇ ਵੀ ਧਰਮ 'ਚ ਹੋਵੇ ਜੀ ਤੇ ਰੱਬ ਦੀ ਕਿਰਪਾ ਹੈ ਜੋ ਇਹਨਾਂ ਦਿਨਾਂ 'ਚ ਹੀ ਬੰਦਗੀ ਕਰ ਲੇ ਵੀ 8-9 ਮਹੀਨੇ ਆ ਮੈਂ ਸਿਮਰਨ ਕਰਨਾ ਹੈ, ਬੰਦਗੀ ਕਰਨੀ, ਮੈਂ ਟੀਵੀ ਨਹੀਂ ਵੇਖਣਾ, ਕਿਸੇ ਨੂੰ ਨਹੀਂ ਸੁਣਦਾ, ਮਾੜਾ ਨਹੀਂ ਬੋਲਣਾ। ਪਰ ਜੋ ਮਾਂ ਕਰਦੀ ਹੈ, ਜੋ ਉਹਨੇ ਕੀਤਾ ਏ, ਧੀ ਪੁੱਤ ਨੇ 4 ਕਦਮ ਅੱਗੇ ਹੀ ਜਾਣਾ ਹੈ। ਸੁਭਾਵਿਕ ਹੈ। ਇਸੇ ਕਰਕੇ ਕਲਯੁਗ ਦੇ ਵਿੱਚ ਭਗਤੀ ਵਾਲੇ ਘੱਟ ਆਉਂਦੇ ਆ, ਕਿਉਂਕਿ ਉਹਨਾਂ ਲਈ ਉਹ ਕੁੱਖ ਨਹੀਂ ਹੈ, ਬੰਦਗੀ ਵਾਲੀ ਕੁੱਖ ਹੀ ਨਹੀਂ, ਮਾਂ ਹੀ ਨਹੀਂ ਕੋਈ। ਭਗਤ ਪ੍ਰਹਿਲਾਦ ਕਹਿੰਦੇ ਉਸ ਯੁੱਗ ਦੇ ਵਿੱਚ ਅਕਾਲ ਪੁਰਖ ਦੀ ਰਜ਼ਾ ਨਾਲ ਪਰਮੇਸ਼ਵਰ ਜੀ ਨੇ ਮੈਨੂੰ ਧਰਤੀ ਤੇ ਜਾਣ ਦਾ ਹੁਕਮ ਦਿੱਤਾ ਏ। ਮੋਹ ਪਰ ਕਰਨ ਨਾਰਦ ਕੀਨੇ, ਸਦਾ ਭਗਤ ਮੇਹ ਮਤ ਰਹਿ ਭੀਨੇ। ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦੇ ਮੇਰਾ ਜਨਮ ਹੋਇਆ, ਮੇਰੀ ਮਾਂ ਨੇ ਬੜੇ ਸ਼ਗਨ ਕੀਤੇ, ਹੁਣ ਮਾਂ ਸੀ ਰਾਣੀ। ਰਾਣੀ ਹੈ, ਅਮੀਰਾਂ ਦੇ ਬੱਚੇ ਅਮੀਰ ਹੀ ਹੁੰਦੇ ਆ, ਪਰਵਰਿਸ਼ ਤੋਂ ਪਤਾ ਲੱਗਦਾ ਹੀ ਉਹਨਾਂ ਤੇ ਗਰੀਬ ਭਾਵੇਂ ਕਰੋੜਪਤੀ ਬਣ ਜੇ, ਲੱਛਣਾਂ ਤੋਂ ਪਤਾ ਲੱਗ ਜਾਂਦਾ। ਸਤਿਨਾਮ। ਭੁੱਖਾ ਹੀ ਮਰਦਾ ਰਿਹਾ ਬਿਨਾਂ। ਵੇਖ ਲਓ, ਕੋਈ ਗਰੀਬ ਪ੍ਰਧਾਨ ਮੰਤਰੀ ਬਣ ਜੇ, ਮੰਤਰੀ ਬਣ ਜੇ, ਉਹੀ ਕੰਮ ਕਰੂ ਜੋ ਪਹਿਲਾਂ ਕਰਦਾ ਰਿਹਾ। ਅੱਜ ਕੱਲ੍ਹ ਕਈ ਟੈਂਟ ਟੁੰਟ ਜੇ ਵੀ ਲਾਉਂਦੇ ਆ ਨਾ, ਤੁਹਾਡੇ ਸਾਹਮਣੇ ਹੀ ਹੈ, ਉਹ ਗੱਲਾਂ ਨਹੀਂ ਜਾਂਦੀਆਂ ਅੰਦਰ, ਵਿਰਾਸਤ ਹੁੰਦੀ ਹੈ। ਕਹਿੰਦੇ ਜਿਸ ਵੇਲੇ ਮੇਰਾ ਜਨਮ ਹੋਇਆ ਨਾ, ਜਨਮ ਹੋਣ ਤੋਂ ਬਾਅਦ ਮੈਨੂੰ ਸੋਝੀ ਸੀ ਸਾਰੀ, ਮੈਨੂੰ ਸਭ ਤੋਂ ਪਹਿਲਾਂ ਆ ਕੇ ਮਿਲੇ ਨੇ ਨਾਰਦ ਮੁਨੀ। ਮੇਰੇ ਮਾਂ ਨੂੰ ਪਤਾ ਸੀ, ਪਿਓ ਨੂੰ ਨਹੀਂ ਸੀ ਪਤਾ। ਨਾਰਦ ਮੁਨੀ ਮਿਲੇ, ਮੈਨੂੰ ਗੁੜਤੀ ਦੇ ਕੇ ਗਏ, ਕਹਿੰਦੇ ਪੁੱਤਰਾ ਗੋਬਿੰਦ ਗੋਬਿੰਦ ਜਪਣਾ ਆਖੋ ਸਤਿਨਾਮ। ਕਹਿੰਦੇ ਅਕਾਲ ਪੁਰਖ ਦੀ ਕਿਰਪਾ ਨਾਲ ਧਰਤੀ ਤੇ ਮੇਰਾ ਅਵਤਾਰ ਹੋਇਆ, ਜਨਮ ਹੋਇਆ। ਭਗਤ ਪ੍ਰਹਿਲਾਦ ਕਹਿੰਦੇ ਆ ਇੱਕ ਮਹਾਂਪੁਰਖ ਨੇ ਮੈਨੂੰ ਗੁੜਤੀ ਦਿੱਤੀ ਤੇ ਮਾਂ ਮੇਰੀ ਨੇ ਮੈਨੂੰ ਰਾਮ ਰਾਮ ਗੋਦ 'ਚ ਬਹਿ ਕੇ ਕੀਤਾ। ਪਿਤਾ ਤੋਂ ਜੋੜੀ ਉਸ ਮਾਂ ਦੀਆਂ ਅਸੀਸਾਂ ਨੇ, ਉਸ ਮਾਂ ਦੀ ਕਿਰਪਾ ਏ। ਕਹਿੰਦੇ ਜੋ ਜੋ ਮਾਂ ਕਰਦੀ ਰਹੀ ਉਹ ਭਗਤ ਪ੍ਰਹਿਲਾਦ ਤੇ ਅਸਰ ਪੈਂਦਾ ਰਿਹਾ, ਬੰਦਗੀ ਹੁੰਦੀ ਰਹੀ। ਹੁਣ ਆਪਣੀ ਉਹ ਕਥਾ ਸੁਣਾ ਰਹੇ ਆ, ਸਮਾਂ ਸਮਾਪਤ ਹੋ ਗਿਆ ਜੀ। ਇਹ ਕਥਾ ਚੌਥੇ ਬੰਦ 'ਚ ਆ ਗਈ ਹੈ। ਭਗਤ ਪ੍ਰਹਿਲਾਦ ਦਾ ਅਵਤਾਰ, ਉਹਨਾਂ ਦੇ ਜੀਵਨ 'ਚ ਕੀ ਕੀ ਘਟਨਾਵਾਂ ਵਾਪਰੀਆਂ ਨੇ, ਬੜੀ ਕਰੀਬੀ ਤੋਂ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਸਾਡੇ ਤੇ। ਗੁਰੂ ਅੰਗਦ ਦੇਵ ਪਾਤਸ਼ਾਹ ਸੁਣ ਰਹੇ ਆ, ਅੱਜ ਆਪਾਂ ਸੁਣ ਰਹੇ ਆ, ਉਦੋਂ ਭਾਈ ਬਾਲਾ ਜੀ ਸੁਣਾ ਰਹੇ ਨੇ ਉਹ ਕਥਾ। ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਹੈ। ਭਗਤ ਪ੍ਰਹਿਲਾਦ ਬਾਰੇ ਆਪਾਂ ਸੁਣਿਆ ਸੀ, ਪੜ੍ਹਿਆ ਵੀ ਬੜੀ ਵਾਰੀ, ਪਰ ਜਦੋਂ ਇੰਨਾ ਡੀਪ ਸੁਣਿਆ ਹੋਵੇ ਨਾ ਜੀ, ਸੱਚੀ ਗੱਲ ਹੈ, ਬੜਾ ਪ੍ਰਾਊਡ ਫੀਲ ਹੁੰਦਾ, ਬੜਾ ਵਧੀਆ ਲੱਗਦਾ ਵੀ ਮੈਨੂੰ ਉਹਨਾਂ ਬਾਰੇ ਪਤਾ ਹੈ। ਕਿਉਂਕਿ ਦੇਖੋ ਪਤਾ ਸਾਨੂੰ ਕੀ ਨਹੀਂ, ਟੂਕ ਮਾਤਰ ਹਰ ਚੀਜ਼ ਦਾ ਪਤਾ, ਕਿਹਦੀ ਲੱਤ, ਕਿਸੇ ਦੀ ਬਾਂਹ, ਕਿਹਦਾ ਕੁਛ, ਕਿਹਦਾ ਕੁਛ। ਪਰ ਜਦੋਂ ਸੀਕੁਐਂਸ ਵਾਈਜ਼ ਕੋਈ ਵੀ ਗੱਲ ਸਾਡੇ ਕੋਲ ਆਉਂਦੀ ਆ ਨਾ, ਉਹ 20 ਸਾਲਾਂ ਬਾਅਦ ਵੀ ਦਿਮਾਗ ਤੇ ਹਿੱਟ ਕਰਦੀ ਵੀ ਹਾਂ ਇਹਨਾਂ ਨੇ ਇਹ ਕਿਉਂ ਕੀਤਾ। ਭਗਤ ਧਰੂ ਤੇ ਪ੍ਰਹਿਲਾਦ ਦਾ ਅਵਤਾਰ ਧਰਤੀ ਤੇ ਕਿਉਂ ਹੋਇਆ, ਕੋਈ ਕਾਰਨ ਰਹੇ ਸੀ, ਉਹ ਸਾਰੇ ਜੇਕਰ ਆ ਰਹੇ ਆ। ਸਮਾਂ ਸਮਾਪਤ ਹੈ। ਵਾਹਿਗੁਰੂ 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 ਵਾਹਿਗੁਰੂ।